ਜੇਲ੍ਹਾਂ ਦੇ ਅੰਦਰ ਜਿਹੜੇ ਨਸ਼ੇ ਨੇ ਉਹ ਖੁੱਲ੍ਹੇਆਮ ਮਿਲਦੇ ਨੇ ਜੀ ਜਿਹੜੀ ਇੱਕ ਬੀੜੀ ਆ ਉਹ 100 ਰੁਪਏ ਦੀ ਬੀੜੀ ਅੰਦਰ ਮਿਲਦੀ ਆ 100 ਤੋਂ ਵੀ ਵੱਧ ਕਈ ਵਾਰੀ ਜਿਹੜਾ ਲਾਉਂਦੇ ਨੇ ਤੰਬਾਕੂ ਬੁੱਲਾਂ ਦੇ ਵਿੱਚ ਉਹ ਜਿਹੜੀ ਇੱਕ ਪੁੜੀ ਆ 2-2 ਹਜ਼ਾਰ ਰੁਪਏ ਦੀ ਅੰਦਰ ਮਿਲਦੀ ਆ। ਤੁਸੀਂ ਦੇਖੋ ਕਿ ਕਿੱਥੇ ਇੰਨੀ ਕਮਾਈ ਹੋਊਗੀ। ਪਟਿਆਲੇ ਦੀ ਜੇਲ੍ਹ ਇਸ ਕਰਕੇ ਚਰਚਿਤ ਹੋ ਗਈ ਕਿ ਇੱਥੇ ਰਾਜਨ ਕਪੂਰ ਜੇਲ੍ਹ ਸੁਪਰਡੈਂਟ ਹੁੰਦੇ ਸੀ। ਜਿੰਨੀ ਤਬਾਹੀ ਉਸ ਬੰਦੇ ਨੇ ਮਚਾਈ ਸੀਗੀ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ, ਤਰ੍ਹਾਂ ਕਰਦੇ ਸੀਗੇ ਅੰਦਰ ਕੈਦੀ ਤੇ ਹਵਾਲਾਤੀ। ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਹਨੂੰ ਸਭ ਪਤਾ ਹੁੰਦਾ ਕਿ ਕਿਹੜਾ ਫੋਨ ਕਿੱਥੇ ਚੱਲਦਾ ਪਿਆ, ਕਿਹੜਾ ਬੰਦਾ ਨਸ਼ੇ ਵੇਚਦਾ। ਲਖਵਿੰਦਰ ਸਿੰਘ ਜਾਖੜ ਉਂਝ ਵੈਸੇ ਉਦੋਂ ਇੱਕ ਵਾਰੀ ਚਰਚਾ ਦਾ ਵਿਸ਼ਾ ਬਣੇ ਸੀਗੇ ਜਦੋਂ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲੱਗਣੀ ਸੀ। ਇਹਨਾਂ ਫਾਂਸੀ ਨਹੀਂ ਸੀ ਉਦੋਂ ਲਾਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਦੋਂ ਇਹ ਗੱਲ ਕਹੀ ਸੀਗੀ ਵੀ ਚਾਹੇ ਤੁਸੀਂ ਸਰਕਾਰੀ ਬੈਂਕਾਂ ਤੋਂ ਲਏ ਨੇ, ਪ੍ਰਾਈਵੇਟ ਬੈਂਕਾਂ ਤੋਂ ਲਏ ਨੇ, ਆੜਤੀਆਂ ਤੋਂ ਲਏ ਨੇ, ਗੁਆਂਢੀਆਂ ਤੋਂ ਫੜੇ ਨੇ, ਸਾਰੇ ਦੇ ਸਾਰੇ ਕਰਜ਼ੇ ਅਸੀਂ ਮਾਫ ਕਰਾਂਗੇ। ਜਿਹੜੇ ਕਿਸਾਨ ਸੀਗੇ ਉਹਨਾਂ ਨੇ ਇਹ ਗੱਲ ਉਦੋਂ ਸੋਚੀ ਕਿ ਜੇ ਮਾਫ ਹੀ ਕਰਾਉਣਾ ਤੇ ਫਿਰ ਥੋੜਾ ਹੋਰ ਕਿਉਂ ਨਾ ਲੈ ਲਿਆ ਜਾਵੇ। ਜਿੰਨੀ ਦੇਰ ਤੱਕ ਇਹ ਸਾਰਾ ਕੁਝ ਆੜਤੀਏ ਦੇ ਹੱਥ ਦੇ ਵਿੱਚ ਸੀਗਾ ਨਾ, ਆੜਤੀਆ ਬੜਾ ਸਿਆਣਾ ਮੰਨਿਆ ਜਾਂਦਾ। ਉਹ ਕਿਸਾਨ ਨੂੰ ਸਮਝਾ ਦਿੰਦਾ ਸੀ ਵੀ ਵੇਖ ਫਲਾਨਾ ਸਿਆ ਤੇਰੇ ਉੱਤੇ ਇੰਨਾ ਕਰਜ਼ਾ ਹੋ ਗਿਆ, ਜੇ ਉਹ 50,000 ਮੰਗਣ ਆਉਂਦਾ ਤੇ ਉਹ ਕਹਿੰਦਾ ਵੇਖ ਵੀ ਪਹਿਲਾਂ ਤੇਰੇ ਉੱਤੇ 50,000 ਆ, ਜੇ ਇਹ ਨਾਲ ਜੁੜ ਗਿਆ ਲੱਖ ਹੋ ਜੂ, ਤੂੰ ਤਾਂ ਮੈਨੂੰ ਵਿਆਜ ਦਿੰਦਾ, ਤੁਰ ਜਾਵੇਗਾ ਦੁਨੀਆ ਤੋਂ। ਜਦੋਂ ਕਿਸਾਨ ਡਿਫਾਲਟਰ ਹੋ ਜਾਣਗੇ ਉਦੋਂ ਵੀ ਗੱਲ ਚੱਲਦੀ ਸੀ ਵੀ ਇਹ ਬਹੁਤ ਬੁਰੇ ਫਸਾਤੇ ਸਿਆਸਤਦਾਨਾਂ ਨੇ। ਕਿਸਾਨ ਡਿਫਾਲਟਰ ਹੋ ਕੇ ਕੋਈ ਬੈਂਕ ਉਹਨਾਂ ਨੂੰ ਕਰਜ਼ਾ ਨਹੀਂ ਦੇਊਗਾ। ਪੰਜਾਬ ਦੇ ਵਿੱਚ 60,000 ਕਿਸਾਨ ਡਿਫਾਲਟਰ ਹੋਏ ਆ, 2300 ਕਰੋੜ ਰੁਪਏ ਦਾ ਕਰਜ਼ਾ ਬਕਾਇਆ। ਇਹਦੇ ਵਿੱਚ ਫਿਲਹਾਲ ਸਖਤੀ ਕਰਕੇ 1150 ਕਰੋੜ ਰੁਪਏ ਵਸੂਲ ਕਰਨ ਦੀ ਤਿਆਰੀ ਆ। ਇਹ ਵੀ ਸੱਚਾਈ ਆ, ਸਾਰੀਆਂ ਨਹੀਂ, ਕੁਝ ਜਥੇਬੰਦੀਆਂ ਕਿਸਾਨਾਂ ਦੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਆਪਣੀ ਸਿਆਸਤ ਚੱਲਦਾ ਰੱਖਣਾ ਚਾਹੁੰਦੀਆਂ ਨੇ। ਕੁਝ ਵੈਸੇ ਬਲਡੋਜ਼ਰ ਜਿਹੜਾ ਉਹ ਅਕਸਰ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੁੰਦੇ ਆ ਉਹਨਾਂ ਦੇ ਉੱਤੇ ਚੱਲਦਾ ਜੀ। ਪਰ ਇਹ ਜਿਹੜਾ ਬਲਡੋਜ਼ਰ ਆ ਇਹ ਕੁਝ ਉਹਨਾਂ ਲੋਕਾਂ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀਆਂ ਵੋਟਾਂ ਇੱਕ ਖਾਸ ਪਾਰਟੀ ਨੂੰ ਪੈਂਦੀਆਂ ਨਹੀਂ। ਜਹਾਂਗੀਰਪੁਰੀ ਦੇ ਵਿੱਚ ਜਿਹੜਾ ਧਾਰਮਿਕ ਜਲੂਸ ਨਿਕਲ ਰਿਹਾ ਸੀ ਉਹਦੇ ਉੱਤੇ ਪਥਰਾਓ ਕਿਉਂ ਕੀਤਾ ਗਿਆ, ਇਹ ਗੱਲਾਂ ਸਾਹਮਣੇ ਨਹੀਂ ਕਦੀ ਵੀ ਆਉਂਦੀਆਂ। ਕਿਉਂ ਕੀਤਾ ਗਿਆ? ਕਿਉਂਕਿ ਜਿਹੜੇ ਕਰਵਾਉਣ ਵਾਲੇ ਆ ਉਹ ਤਾਂ ਲੁਕੇ ਰਹਿੰਦੇ ਆ ਨਾ ਚਿਹਰੇ, ਜਿਹੜੇ ਸਾਹਮਣੇ ਆ ਜਾਂਦੇ ਆ ਉਹ ਇਹੋ ਜਿਹੇ ਫੀਲੇ ਹੁੰਦੇ ਆ। ਧਾਰਮਿਕ ਭਾਵਨਾਵਾਂ ਇੰਨੀਆਂ ਸੌਫਟ ਹੋ ਜਾਂਦੀਆਂ ਉੱਥੇ। ਇਸ ਗੱਲ ਦਾ ਸਿਆਸਤਦਾਨਾਂ ਨੂੰ ਬਹੁਤ ਭਲੀ ਭਾਂਤ ਪਤਾ ਕਿ ਇਹਨਾਂ ਲੋਕਾਂ ਨੂੰ ਭੜਕਾਉਣਾ ਕਿਵੇਂ ਆ, ਇਹਨਾਂ ਲੋਕਾਂ ਨੂੰ ਭਟਕਾਉਣਾ ਕਿਵੇਂ ਆ। ਉਹ ਭੜਕਾ ਵੀ ਲੈਂਦੇ ਨੇ, ਉਹ ਭਟਕਾ ਵੀ ਲੈਂਦੇ ਨੇ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਸੱਚੀਆਂ ਤੇ ਖਰੀਆਂ ਪੰਨੂ ਦੀਆਂ। ਜਿਵੇਂ ਤੁਸੀਂ ਜਾਣਦੇ ਆ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਬਤੌਰ ਮਾਹਿਰ ਮਹਿਮਾਨ ਬਲਤੇਜ ਪੰਨੂ ਜੋ ਕਿ ਸੀਨੀਅਰ ਪੱਤਰਕਾਰ ਨੇ ਉਹ ਸ਼ਾਮਿਲ ਹੁੰਦੇ ਨੇ। ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਨੂ ਸਾਹਿਬ, ਕਣਕ ਦੀ ਕਟਾਈ ਅੱਧੀਓਂ ਵੱਧ ਨਿਬੜ ਗਈ ਤੇ ਮੌਸਮ ਅੱਜ ਖਰਾਬ ਹੋ ਰਿਹਾ। ਤੇ ਮੌਸਮ ਦੇ ਨਾਲ ਨਾਲ ਜੇ ਗੱਲ ਕਰੀਏ ਅਸੀਂ ਪੰਜਾਬ ਦੀ ਸਿਆਸਤ ਦੀ, ਤੇ ਇਹਦੇ 'ਚ ਬੜਾ ਕੁਝ ਨਵਾਂ ਘਟ ਰਿਹਾ। ਸਰਕਾਰ ਨਵੀਂ ਬਣ ਗਈ ਤੇ ਜਦੋਂ ਅਸੀਂ ਸਰਕਾਰ ਦੇ ਕੰਮਾਂ ਦੀ ਗੱਲ ਕਰਦੇ ਹਾਂ ਤੇ ਜੇਲ੍ਹ ਜਿਹੜਾ ਹੈ ਸਾਡੇ ਸਾਹਮਣੇ ਇੱਕ ਸ਼ਬਦ ਉੱਭਰ ਕੇ ਸਾਹਮਣੇ ਆਉਂਦਾ। ਜੇਲ੍ਹ ਨੂੰ ਅਸੀਂ ਸੁਧਾਰ ਘਰ ਅਕਸਰ ਕਹਿੰਦੇ ਸੀ। ਮਿੱਤਰ ਸੇਨ ਮੀਤ ਜਦੋਂ ਸੁਧਾਰ ਘਰ ਲਿਖਦੇ ਆ ਤੇ ਉਹਦੇ ਵਿੱਚ ਬੜੀਆਂ ਡੂੰਘਾਈ ਨਾਲ ਉਹ ਗੱਲਾਂ ਬਿਆਨ ਕਰਦੇ ਨੇ। ਮਹਾਤਮਾ ਗਾਂਧੀ ਜਦੋਂ ਜੁਰਮ ਤੇ ਮੁਜਰਮ 'ਚ ਇੱਕ ਫਰਕ ਦੱਸਦੇ ਨੇ, ਉਹ ਕਹਿੰਦੇ ਨੇ ਜੁਰਮ ਨੂੰ ਨਫ਼ਰਤ ਕਰੋ, ਮੁਜਰਮ ਨੂੰ ਨਫ਼ਰਤ ਨਾ ਕਰੋ। ਇਸੇ ਤਬੀਅਤ ਨੂੰ, ਇਸੇ ਗੱਲ ਨੂੰ ਵਿਸਤਾਰ ਦਿੰਦੇ ਹੋਏ ਜੇਲ੍ਹ ਬਣਾਈ ਕਿ ਸੁਧਾਰ ਹੋਵੇ। ਕੁਝ ਗੁਨਾਹ ਜਿਹੜੇ ਨੇ ਲੋਕ ਉੱਥੇ ਰਹਿ ਕੇ ਕੰਮ ਵੀ ਕਰਨ ਦੀਆਂ ਪਿਰਤਾਂ ਪਾਈਆਂ ਗਈਆਂ। ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਦੋਂ ਜੇਲ੍ਹਾਂ ਫਿਰ ਅਗਲੇ ਗੁਨਾਹਾਂ ਦੇ ਅੱਡੇ ਬਣ ਗਏ ਇਹ ਸਮਝ ਨਹੀਂ ਲੱਗੀ। ਤੇ ਹੁਣ ਪੰਜਾਬ ਦੀਆਂ ਜੇਲ੍ਹਾਂ 'ਚੋਂ ਨਿੱਤ ਨਵੀਆਂ ਕਹਾਣੀਆਂ ਸਾਡੇ ਸਾਹਮਣੇ ਆਉਂਦੀਆਂ। ਕੀ ਆ ਜੀ ਤੁਹਾਡੀ ਅੱਜ ਦੀ ਚਰਚਾ ਤੇ ਕੀ ਤੁਸੀਂ ਦੱਸਣਾ ਚਾਹੁੰਦੇ ਇਹਦੇ ਬਾਰੇ? ਕੀ ਤੁਹਾਡੇ ਵਿਚਾਰ ਨੇ? ਜਦੋਂ ਜੇਲ੍ਹ ਦੇ ਵਿੱਚ ਕੋਈ ਵਿਅਕਤੀ ਜਾਂਦਾ
ਕੈਦੀ ਦੇ ਰੂਪ ਦੇ ਵਿੱਚ ਜਾਂ ਹਵਾਲਾਤੀ ਦੇ ਰੂਪ ਦੇ ਵਿੱਚ ਜੀ ਉਹਦੀਆਂ ਲਗਭਗ 3 ਤਲਾਸ਼ੀਆਂ ਹੁੰਦੀਆਂ ਨੇ, 2 ਡਿਊਟੀ ਤੋਂ ਬਾਹਰ, ਇੱਕ ਡਿਊਟੀ ਦੇ ਵਿੱਚ। ਜੀ ਉਹਦੇ ਨੇਫੇ ਤੱਕ ਫਰੋਲੇ ਜਾਂਦੇ ਆ, ਮਤਲਬ ਕਿ ਅੰਦਰ ਕੋਈ ਚੀਜ਼ ਚਲੀ ਨਾ ਜਾਵੇ। ਉਹਦੇ ਜੁੱਤੀਆਂ ਲਵਾ ਕੇ ਵੇਖੀਆਂ ਜਾਂਦੀਆਂ, ਉਹਦੀਆਂ ਸੌਕਸ ਲਵਾ ਕੇ ਦੇਖੀਆਂ ਜਾਂਦੀਆਂ। ਔਰ ਜਦੋਂ ਕੋਈ ਤਰੀਕ ਭੁਗਤ ਕੇ ਆਉਂਦੇ ਆ ਜੀ ਉਦੋਂ ਬਹੁਤ ਤਲਾਸ਼ੀ ਉਹਨਾਂ ਦੀ ਲਈ ਜਾਂਦੀ ਆ ਕਿ ਕੋਈ ਬਾਹਰੋਂ ਸਮਾਨ ਨਾ ਲੈ ਆਏ। ਹੁਣ ਖਾਸ ਤੌਰ ਦੇ ਉੱਤੇ ਮੋਬਾਈਲ ਫੋਨ ਤੇ ਨਸ਼ੇ ਵਗੈਰਾ ਜਿਹੜੇ ਆ ਉਹ ਫੜਨ ਦੇ ਵਾਸਤੇ ਇਹ ਕੀਤਾ ਜਾਂਦਾ। ਜੇਲ੍ਹਾਂ ਦੇ ਅੰਦਰ ਜਿਹੜੇ ਨਸ਼ੇ ਨੇ ਉਹ ਖੁੱਲ੍ਹੇਆਮ ਮਿਲਦੇ ਨੇ। ਜੀ ਜਿਹੜੀ ਇੱਕ ਬੀੜੀ ਆ ਉਹ 100 ਰੁਪਏ ਦੀ ਬੀੜੀ ਅੰਦਰ ਮਿਲਦੀ ਆ, 100 ਤੋਂ ਵੀ ਵੱਧ ਕਈ ਵਾਰੀ। ਜਿਹੜਾ ਲਾਉਂਦੇ ਨੇ ਤੰਬਾਕੂ ਬੁੱਲਾਂ ਦੇ ਵਿੱਚ, ਉਹ ਜਿਹੜੀ ਇੱਕ ਪੁੜੀ ਆ 2-2 ਹਜ਼ਾਰ ਰੁਪਏ ਦੀ ਅੰਦਰ ਮਿਲਦੀ ਆ। ਤੁਸੀਂ ਦੇਖੋ ਕਿ ਕਿੱਥੇ ਇੰਨੀ ਕਮਾਈ ਹੋਊਗੀ, ਕਿਤੇ ਇੰਨੀ ਕਮਾਈ ਹੋ ਹੀ ਨਹੀਂ ਸਕਦੀ। ਔਰ ਇਹ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਹੋ ਨਹੀਂ ਸਕਦਾ। ਜੇਲ੍ਹ ਪ੍ਰਸ਼ਾਸਨ ਜਿਹੜਾ ਉਹਦੀ ਮਿਲੀ ਭੁਗਤ ਦੇ ਨਾਲ ਇਹ ਸਮਾਨ ਅੰਦਰ ਜਾਂਦਾ ਜੀ, ਉਤੋਂ ਫਿਰ ਅੰਦਰੋਂ ਜਿਹੜੇ ਆ ਉਹ ਕੱਢ ਕੇ ਵੇਚਦੇ ਆ। ਮੈਂ ਖੁਦ ਆਪਣੇ ਤਜਰਬੇ ਦੇ ਨਾਲ ਦੱਸ ਰਿਹਾ, ਜਦੋਂ ਮੈਂ ਜੇਲ੍ਹ ਦੇ ਵਿੱਚ ਸੀਗਾ, ਇਹ ਕਿਹਾ ਜਾਂਦਾ ਸੀਗਾ ਵੀ ਜਿਹੜਾ ਬੀੜੀਆਂ ਵੇਚਣ ਵਾਲਾ ਹੈ ਉਹੀ 5 ਲੱਖ ਰੁਪਈਆ ਜਿਹੜਾ ਉਹ ਪ੍ਰਸ਼ਾਸਨ ਨੂੰ, ਜੇਲ੍ਹ ਪ੍ਰਸ਼ਾਸਨ ਨੂੰ ਦਿੰਦਾ। 5 ਲੱਖ ਰੁਪਈਆ ਮਹੀਨੇ ਦਾ, ਕਿਉਂਕਿ ਜਿਹੜਾ ਇੱਕ ਬੰਡਲ ਆ ਉਹ 15-20 ਰੁਪਈਏ ਦਾ ਹੋਊਗਾ, ਬੀੜੀਆਂ ਦਾ 25 ਦਾ ਹੋਊਗਾ ਹੱਦ। ਤੇ ਇੱਕ ਜਿਹੜੀ ਜੇ ਉਹਦੇ ਵਿੱਚ 15 ਜਾਂ 20 ਬੀੜੀਆਂ ਨੇ ਤੇ ਉਹ ਤੁਸੀਂ ਲਾਓ ਕਿ 1500-1600 ਰੁਪਈਏ ਦਾ ਹੋ ਗਿਆ, ਆਲਮੋਸਟ 100 ਰੁਪਈਏ ਦੀ ਬੀੜੀ। ਜਿਹੜੀ ਉਹ ਪੁੜੀ ਆ ਜਰਦੇ ਦੀ ਉਹ 15-20 ਰੁਪਈਏ ਦੀ ਹੋਊਗੀ ਤੇ ਅੰਦਰ 2-2 ਹਜ਼ਾਰ ਰੁਪਈਏ ਦੀ ਜਿਹੜੀ ਆ ਉਹ ਵਿਕਦੀ ਆ। ਜਿਹੜੀਆਂ ਨਸ਼ੇ ਵਾਲੀਆਂ ਗੋਲੀਆਂ ਨੇ, ਟਰਾਮਾਡੋਲ ਹੋ ਗਈਆਂ, ਜਾਂ ਇੱਥੋਂ ਤੱਕ ਕਿ ਜਿਹੜਾ ਇਹ ਲਾਈਨਾਂ ਖਿੱਚਦੇ ਆ ਫੋਇਲ ਪੇਪਰ ਦੇ ਉੱਤੇ ਲਾ ਕੇ, ਉਹ ਅੰਦਰ ਮਿਲ ਜਾਂਦਾ। ਹੁਣ ਕਿੱਥੋਂ ਫੋਇਲ ਪੇਪਰ ਜਾਂਦਾ, ਕਿੱਥੋਂ ਅੱਗ ਜਾਂਦੀ ਆ, ਕਿੱਥੋਂ ਉਹ ਲਾਈਨਾਂ ਜਾਂਦੀਆਂ ਨੇ। 3-3 ਵਾਰੀ ਤੁਹਾਡੀ ਤਲਾਸ਼ੀ ਹੁੰਦੀ ਆ ਅੰਦਰ ਜਾਣ ਤੋਂ ਪਹਿਲਾਂ, ਤੇ ਆਮ ਬੰਦਾ ਕਿਵੇਂ ਉਹ ਲਿਜਾ ਸਕਦਾ? ਜੀ ਇਹ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਚੱਲਦਾ। ਬੜੀ ਵਾਰੀ ਜੇਲ੍ਹਾਂ ਦੇ ਵਿੱਚੋਂ ਜੇਲ੍ਹਾਂ ਦੇ ਅਧਿਕਾਰੀ ਫੜੇ ਜਾਂਦੇ ਰਹੇ ਆ, ਪਰ ਉਹ ਹੇਠਲੇ ਪੱਧਰ ਦੇ ਹੁੰਦੇ ਸੀਗੇ। ਪਿਛਲੇ ਦਿਨ ਹੀ ਹੋਇਆ ਕਿ ਜਿਹੜੇ ਨਵੇਂ ਬਣੇ ਜੇਲ੍ਹ ਮੰਤਰੀ ਨੇ ਹਰਜੋਤ ਸਿੰਘ ਬੈਂਸ, ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੀਆਂ ਪੈਂਡਿੰਗ ਇਨਕੁਆਇਰੀਜ਼ ਨੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਜੁੜੀਆਂ ਹੋਈਆਂ, ਉਹ ਸਾਰੀਆਂ ਦੀਆਂ ਸਾਰੀ ਰਿਪੋਰਟ ਕਰੋ ਲਿਆ ਕੇ, ਕਿ ਜੇ ਉਹ ਪੈਂਡਿੰਗ ਪਈਆਂ ਨੇ ਤੇ ਕਿਉਂ ਪਈਆਂ ਨੇ, ਜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਤੇ ਕੀ ਕਾਰਵਾਈ ਹੋਈ, ਅੱਗੇ ਇਹ ਫਰਦਰ ਕਿਉਂ ਨਹੀਂ ਜਿਹੜਾ ਵਧਿਆ, ਤਾਂ ਕਿ ਫਾਈਲਾਂ ਦਾ ਜਿਹੜਾ ਢੇਰ ਹੈ ਉਹਨੂੰ ਘਟਾਇਆ ਜਾ ਸਕੇ। ਇਹਦੇ ਨਾਲ ਹੋਇਆ ਇਹ ਕਿ ਸਭ ਤੋਂ ਪਹਿਲਾਂ ਤਾਂ ਪਟਿਆਲੇ ਦੀ ਜੇਲ੍ਹ ਚਰਚਿਤ ਹੋ ਗਈ। ਜੀ ਪਟਿਆਲੇ ਦੀ ਜੇਲ੍ਹ ਇਸ ਕਰਕੇ ਚਰਚਿਤ ਹੋ ਗਈ ਕਿ ਇੱਥੇ ਰਾਜਨ ਕਪੂਰ ਜੇਲ੍ਹ ਸੁਪਰਡੈਂਟ ਹੁੰਦੇ ਸੀ। ਜਿੰਨੀ ਤਬਾਹੀ ਉਸ ਬੰਦੇ ਨੇ ਮਚਾਈ ਸੀਗੀ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ, ਤਰ੍ਹਾਂ ਕਰਦੇ ਸੀਗੇ ਅੰਦਰ ਕੈਦੀ ਤੇ ਹਵਾਲਾਤੀ। ਕਿਸੇ ਨੂੰ ਵੀ ਫੜ ਕੇ ਕੁੱਟ ਦਿੱਤਾ ਜਾਂਦਾ। ਉਹਨੇ ਅੰਦਰ ਜਿਹੜੇ ਗੁੰਡਾ ਟਾਈਪ ਦੇ ਲੋਕ ਸੀਗੇ ਉਹ ਰੱਖੇ ਹੋਏ ਸੀ ਆਪਣਾ ਕੰਮ ਕਰਨ ਦੇ ਵਾਸਤੇ, ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਦੇ, ਫਿਰ ਉਹਦੇ ਤੋਂ ਪੈਸਾ ਕਢਵਾਇਆ ਜਾਂਦਾ। ਅਸਲ ਦੇ ਵਿੱਚ ਉੱਤਰ ਪ੍ਰਦੇਸ਼ ਦਾ ਇੱਕ ਜਿਹੜਾ ਹਵਾਲਾਤੀ ਸੀਗਾ ਉਹ ਇੱਥੇ ਸੀਗਾ, ਉਹ 2 ਨੰਬਰ ਦਾ ਉਹਦਾ ਧੰਦਾ ਸੀ। ਉਹਦੇ ਤੋਂ ਪੈਸੇ ਇਹਨਾਂ ਨੇ ਜਦੋਂ ਕਢਵਾਉਣੇ ਸ਼ੁਰੂ ਕੀਤੇ ਬਹੁਤ ਮੋਟੇ, ਉੱਥੋਂ ਇਹ ਸਾਰਾ ਮਾਮਲਾ ਜਿਹੜਾ ਸੀ ਉਹ ਸਾਹਮਣੇ ਆਇਆ। ਰਾਜਨ ਕਪੂਰ ਉਦੋਂ ਸਸਪੈਂਡ ਹੋ ਗਿਆ, ਬਾਅਦ ਦੇ ਵਿੱਚ ਪਤਾ ਨਹੀਂ ਬਹਾਲ, ਦੇਖੋ ਤੁਸੀਂ ਐਡੇ ਸੀਰੀਅਸ ਕੇਸਾਂ ਦੇ ਵਿੱਚੋਂ ਕਿਵੇਂ ਹੋ ਗਿਆ। ਹੁਣ ਪਿਛਲੇ ਦਿਨਾਂ ਦੇ ਵਿੱਚ ਦੁਬਾਰਾ ਤਾਂ ਫੜਿਆ ਗਿਆ ਕਿ ਇੱਕ ਪੁਰਾਣਾ ਮਾਮਲਾ ਪੈਂਡਿੰਗ ਸੀਗਾ, ਉਹ ਵੀ ਕੈਦੀ ਤੋਂ ਕਿਸੇ ਖਾਤੇ ਦੇ ਵਿੱਚ ਪੈਸੇ ਪਾਉਂਦਾ ਸੀ, ਫਿਰ ਉਸ ਖਾਤੇ ਦੇ ਵਿੱਚੋਂ ਆਪ ਕਢਵਾ ਲੈਂਦਾ ਸੀ। ਜਿਹੜੀਆਂ ਅੰਦਰ ਤੁਹਾਨੂੰ ਸਹੂਲਤਾਂ ਕਿੰਨੀਆਂ ਚਾਹੀਦੀਆਂ ਨੇ ਇਹ ਪੈਸੇ ਦੇ ਉੱਤੇ ਨਿਰਭਰ ਹੈ। ਫੋਨ ਰੱਖਣਾ ਉਹਦੇ ਵੱਖਰੇ ਪੈਸੇ ਆ, ਹੀਟਰ ਲਾਉਣਾ ਉਹਦੇ ਵੱਖਰੇ ਪੈਸੇ ਆ, ਜਿਹੜਾ ਚਾਰਜਰ ਰੱਖਣਾ ਉਹਦੇ ਵੱਖਰੇ ਪੈਸੇ ਆ। ਹਰ ਚੀਜ਼ ਦੇ ਪੈਸੇ ਵੱਖਰੇ ਮਹੀਨੇ ਦੇ ਲਏ ਜਾਂਦੇ ਆ। ਤੇ ਜਦੋਂ ਕੋਈ ਪੈਸੇ ਨਹੀਂ ਦਿੰਦਾ ਤੇ ਫਿਰ ਉਹਨੂੰ ਉਹੋ ਜਿਹੀਆਂ ਕੋਠੜੀਆਂ ਦੇ ਵਿੱਚ ਪਾ ਦਿੱਤਾ ਜਾਂਦਾ ਜਿੱਥੇ ਉਹ ਤੰਗ ਹੋ ਜਾਵੇ। 2-4 ਦਿਨ 5 ਦਿਨ ਇਹ ਉਹਦੇ ਉੱਤੇ ਡਿਪੈਂਡ ਆ ਕਿੰਨੇ ਦਿਨਾਂ ਦੇ ਵਿੱਚ ਉਹ ਤੰਗ ਹੁੰਦਾ। ਉਦੋਂ ਬਾਅਦ ਫਿਰ ਉਹ ਦਲਾਲ ਲੱਭਦਾ ਜਿਹੜੇ ਅੰਦਰੇ ਹੀ ਛੱਡੇ ਹੁੰਦੇ ਆ ਵੀ ਮੇਰੀ ਗੱਲ ਕਰਾਓ, ਤੇ ਗੱਲ ਜਦੋਂ ਹੁੰਦੀ ਆ ਫਿਰ ਪਰ ਮਹੀਨੇ ਦੇ ਹਿਸਾਬ ਦੇ ਨਾਲ ਪੈਸਾ ਨਿਬੜਦਾ। ਤੇ ਉਹਦੇ ਜਿਹੜੇ ਰਿਸ਼ਤੇਦਾਰ ਨੇ ਉਹ ਜਾਂ ਤਾਂ ਕੈਸ਼ ਫੜਾਉਂਦੇ ਆ ਜਾਂ ਖਾਤਿਆਂ ਦੇ ਵਿੱਚ ਪਾਉਂਦੇ ਆ। ਇਹ ਕਰਪਸ਼ਨ ਇੰਨੀ ਵਧੀ ਹੋਈ ਆ ਕਿ ਖਾਤਿਆਂ ਦੇ ਵਿੱਚ ਪੈਸੇ ਜਾਂਦੇ ਆ।
ਦੂਜਾ ਮਾਮਲਾ ਇੱਕ ਬਹੁਤ ਸੀਰੀਅਸ ਹੋਰ ਸਾਹਮਣੇ ਆ ਗਿਆ ਕਿ ਜਿਹੜੇ ਡੀਜੀਪੀ ਨੇ ਉਹਨੇ ਡੀਆਈਜੀ ਪੱਧਰ ਦੇ 2 ਜਿਹੜੇ ਅਫਸਰ ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਵਾਉਣ ਦੇ ਹੁਕਮ ਦੇ ਦਿੱਤੇ ਕਿ ਇਹਨਾਂ ਤੇ ਮਾਮਲਾ ਦਰਜ ਕਰੋ। ਇਹ 2 ਜਿਹੜੇ ਨੇ ਇਹਨਾਂ ਦੇ ਵਿੱਚ ਇੱਕ ਤਾਂ ਸਾਬਕਾ ਡੀਆਈਜੀ ਜੇਲ੍ਹਾਂ ਐਲਐਸ ਜਾਖੜ ਆ, ਲਖਮਿੰਦਰ ਸਿੰਘ ਜਾਖੜ, ਤੇ ਦੂਜਾ ਹੈ ਸੁਖਦੇਵ ਸਿੰਘ ਸੱਗੂ। ਇਹਨਾਂ ਦੋਨਾਂ ਦੇ ਉੱਤੇ ਦੋਸ਼ ਇਹ ਆ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਦੋਂ ਇਹ ਹੁੰਦੇ ਸੀਗੇ ਉੱਥੇ ਅਧਿਕਾਰੀ ਸੀਗੇ ਇਹਨਾਂ ਉੱਥੋਂ ਉਹ ਕੈਦੀਆਂ ਤੋਂ ਜਾਂ ਹਵਾਲਾਤੀਆਂ ਤੋਂ ਜਿਹੜਾ ਨਸ਼ਾ ਫੜਦੇ ਸੀਗੇ ਜਾਂ ਜਿਹੜੇ ਮੋਬਾਈਲ ਫੋਨ ਫੜਦੇ ਸੀਗੇ ਉਹ ਪੁਲਿਸ ਨੂੰ ਕਹਿ ਕੇ ਉਹਦੇ ਉੱਤੇ ਪਰਚਾ ਦਰਜ ਨਹੀਂ ਸੀ ਕਰਾਉਂਦੇ। ਜਿਵੇਂ ਜਿਹੜੀ ਜੇਲ੍ਹ ਜਿੱਥੇ ਪੈਂਦੀ ਆ ਉਹਦੇ ਜਿਹੜਾ ਨੇੜੇ ਲੱਗਵਾਂ ਥਾਣਾ ਹੈ, ਜਦੋਂ ਕੋਈ ਚੀਜ਼ ਜੇਲ੍ਹ ਦੇ ਅੰਦਰੋਂ ਫੜੀ ਗਈ ਇਲੀਗਲ ਤੇ ਜਾਂ ਲੜਾਈ ਹੋ ਗਈ, ਕੁਝ ਵੀ ਹੋਇਆ, ਉਹਦਾ ਜਿਹੜਾ ਮਾਮਲਾ ਉਸ ਸੰਬੰਧਿਤ ਥਾਣੇ ਦੇ ਵਿੱਚ ਦਰਜ ਹੁੰਦਾ। ਇਹ ਕੀ ਕਰਦੇ ਸੀਗੇ, ਇਹ ਆਪਣੇ ਤੌਰ ਦੇ ਉੱਤੇ ਨਿਪਟਾ ਲੈਂਦੇ ਸੀ। ਆਪਣੇ ਤੌਰ ਦੇ ਉੱਤੇ ਨਿਪਟਾਉਣ ਦਾ ਭਾਵ ਇਹ ਸੀਗਾ ਕਿ ਲੈਣਾ ਦੇਣਾ ਹੋ ਜਾਂਦਾ ਸੀਗਾ ਕਿ ਕਿੰਨੇ ਦੇ ਵਿੱਚ ਮਾਮਲਾ ਨਿਬੜ ਰਿਹਾ, ਫੋਨ ਦਾ ਕਿੰਨੇ ਦੇ ਵਿੱਚ ਨਿਬੜ ਰਿਹਾ, ਜੇ ਨਸ਼ਾ ਫੜਿਆ ਗਿਆ ਉਹ ਕਿੰਨੇ ਵਿੱਚ ਨਿਬੜ ਰਿਹਾ। ਫੋਨ ਵੈਸੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹੀ ਹੀ ਲਿਆ ਕੇ ਦਿੰਦੇ ਸੀਗੇ ਬਾਹਰੋਂ। ਜਿਹੜਾ ਇੱਕ ਫੋਨ ਮੰਨ ਲਓ 2000 ਦਾ 2400 ਦਾ ਸੈੱਟ ਆ ਜਾਂਦਾ ਬਾਹਰ, ਅੰਦਰ ਉਹ 10,000 12,000 ਰੁਪਏ ਦਾ ਵਿਕਦਾ। ਮਤਲਬ ਕਿ ਉਹ ਕੈਦੀ ਜਾਂ ਹਵਾਲਾਤੀ ਉਹਨੂੰ ਫੋਨ ਚਾਹੀਦਾ ਹੁੰਦਾ ਤੇ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਹਨੂੰ ਸਭ ਪਤਾ ਹੁੰਦਾ ਕਿ ਕਿਹੜਾ ਫੋਨ ਕਿੱਥੇ ਚੱਲਦਾ ਪਿਆ, ਕਿਹੜਾ ਬੰਦਾ ਨਸ਼ੇ ਵੇਚਦਾ। ਉਹਨਾਂ ਨੂੰ ਸਭ ਕੁਝ ਛੋਟੀ ਛੋਟੀ ਚੀਜ਼ ਦਾ ਪਤਾ ਹੁੰਦਾ ਕਿਉਂਕਿ ਉਹ ਮਹੀਨਾ ਲੈਂਦੇ ਆ। ਜਿਹੜੇ ਇਹ 2 ਡੀਆਈਜੀ ਪੱਧਰ ਦੇ ਅਧਿਕਾਰੀ ਨੇ, ਇਹਨਾਂ ਨੇ ਕੀ ਕੀਤਾ, ਮਾਮਲਾ ਤੁਸੀਂ ਦੇਖੋ 2005 ਤੋਂ ਲੈ ਕੇ 11 ਤੱਕ ਦਾ ਹੈ। ਇਹ ਪੁਰਾਣਾ ਫਾਈਲਾਂ ਦੱਬ ਕੇ ਰੱਖੀਆਂ ਹੋਈਆਂ ਸੀ ਕਿਉਂਕਿ ਮਾਲ ਮੋਟਾ ਬਣਾਉਂਦੇ ਆ ਤੇ ਫਾਈਲਾਂ ਦੱਬਣ ਦੇ ਵਾਸਤੇ ਵੀ ਫਿਰ ਜਿਹੜਾ ਇਹ ਚਲਾ ਲੈਂਦੇ ਆ ਇਹੋ ਜਿਹਾ ਚੱਕਰ ਵੀ ਆਪਣਾ ਬੋਲੋ ਜਿੰਨਾ ਰੇਟ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਚੱਕ ਲਓ ਤੇ ਫਾਈਲ ਅੱਗੇ ਮੂਵ ਨਹੀਂ ਹੋਣੀ ਚਾਹੀਦੀ। ਹੁਣ ਇਸ ਕਰਕੇ ਮੂਵ ਹੋ ਗਈ ਕਿ ਨਵੇਂ ਬਣੇ ਮੰਤਰੀ ਨੇ ਇਹ ਮੰਗ ਲਈ ਡਿਟੇਲ ਤੇ ਫਿਰ ਇਹ ਕਿਵੇਂ ਕਹਿ ਸਕਦੇ ਸੀ ਜੀ ਆ 5 ਤੋਂ ਲੈ ਕੇ 11 ਤੱਕ ਇੱਕ ਫਾਈਲ ਦੱਬੀ ਪਈ ਆ, ਉਹਦੇ ਵਿੱਚ ਇਹ ਫਿਰ ਅੱਗੇ ਪ੍ਰਸ਼ਾਸਨਿਕ ਅਧਿਕਾਰੀ ਫਸ ਜਾਣੇ ਸੀ। ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੇ ਫਾਈਲ ਪੇਸ਼ ਕਰਤੀ ਜੀ। ਇੱਕ ਆਹ ਫਾਈਲ ਵੀ ਪਈ ਆ। 241 ਮਾਮਲੇ ਇਹਨਾਂ ਦੋਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੜੇ, ਉਹਨਾਂ ਦੇ ਵਿੱਚੋਂ ਇੱਕ ਮਾਮਲਾ ਰਿਪੋਰਟ ਕੀਤਾ ਪੁਲਿਸ ਦੇ ਕੋਲੇ। 240 ਜਿਹੜੇ ਸੀ ਉਹ ਗੋਲ ਕਰ ਗਏ ਮਤਲਬ ਉਹਨਾਂ ਤੋਂ ਪੈਸੇ ਲੈ ਲਏ। ਜੇਲ੍ਹਾਂ ਦੇ ਵਿੱਚ ਜਿਹੜੀ ਜੇਲ੍ਹ ਦੇ ਵਿੱਚ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਸੇ ਕੈਦੀ ਨੂੰ, ਹਵਾਲਾਤੀ ਨੂੰ ਵੀ ਉਹਨੇ ਕੋਈ ਗੁਨਾਹ ਕੀਤਾ, ਉਹਦਾ ਮਾਮਲਾ ਪੁਲਿਸ ਦੇ ਕੋਲੇ ਹੀ ਜਾਊਗਾ। ਪੁਲਿਸ ਉਸ ਮਾਮਲੇ ਦੇ ਉੱਤੇ ਦਰਜ ਕਰੂਗੀ, ਉਹਦੇ ਉੱਤੇ ਕੇਸ ਜਿਹੜਾ ਉਹ ਕੇਸ ਫਿਰ ਅੱਗੇ ਫਰਦਰ ਚੱਲੂਗਾ। ਇਹ ਕੇਸ ਦਿੰਦੇ ਹੀ ਨਹੀਂ ਸਨ। ਇਸ ਕਰਕੇ ਦਿੰਦੇ ਨਹੀਂ ਸਨ ਕਿ ਜਿਹਦੇ ਤੋਂ ਫੜਿਆ ਗਿਆ ਸਮਾਨ ਉਹਦੇ ਤੋਂ ਉਹਦੇ ਨਾਲ ਸੌਦਾ ਮਾਰਦੇ ਸਨ ਕਿ ਦੱਸੋ ਕਿੰਨੇ ਪੈਸੇ, ਉਹ ਫਿਰ ਘਰਦਿਆਂ ਤੋਂ ਮੰਗਵਾਉਂਦਾ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਦੇ ਪਾਏ ਜਾਂਦੇ ਖਾਤਿਆਂ ਦੇ ਵਿੱਚ। ਉੱਥੇ ਹੀ ਇੱਕ ਕੰਮ ਕਰਦੇ ਹੋਰ ਆਫੀਸਰ ਨੇ ਕਰਮਜੀਤ ਸਿੰਘ ਭੁੱਲਰ, ਉਹ ਇਹ ਗੱਲ ਕਹਿੰਦਾ, ਉਹਦੀ ਸ਼ਿਕਾਇਤ ਦੇ ਉੱਤੇ ਸਾਰਾ ਕੁਝ ਹੋਇਆ। ਉਹ ਇਹ ਗੱਲ ਕਹਿੰਦਾ ਕਿ ਜਦੋਂ ਇਹ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਸਨ ਉਹ ਉਦੋਂ ਤੋਂ ਇਹਨਾਂ ਦੇ ਪਿੱਛੇ ਲੱਗਿਆ ਹੋਇਆ ਔਰ ਸ਼ਿਕਾਇਤਾਂ ਕਰ ਰਿਹਾ ਵਿਦ ਪ੍ਰੂਫ। ਉਹ ਮਹਿਕਮੇ ਨੂੰ ਦੱਸਦਾ ਰਿਹਾ ਪਰ ਮਹਿਕਮਾ ਇਸ ਮਾਮਲੇ ਦੇ ਉੱਤੇ ਕਰਦਾ ਕੱਖ ਨਹੀਂ ਸੀ। ਲਖਮਿੰਦਰ ਸਿੰਘ ਜਾਖੜ ਉਂਝ ਵੈਸੇ ਉਦੋਂ ਇੱਕ ਵਾਰੀ ਚਰਚਾ ਦਾ ਵਿਸ਼ਾ ਬਣੇ ਸੀਗੇ ਜਦੋਂ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲੱਗਣੀ ਸੀ। ਇਹਨਾਂ ਫਾਂਸੀ ਨਹੀਂ ਸੀ ਉਦੋਂ ਲਾਈ, ਉਸ ਟਾਈਮ ਬੜਾ ਇਹ ਚਰਚਾ ਦਾ ਵਿਸ਼ਾ ਬਣੇ ਸੀਗੇ। ਪਰ ਆਹ ਜਿਹੜਾ ਮਾਮਲਾ ਕਰਪਸ਼ਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਗਿਆ। ਹੁਣ ਇਹ ਤਾਂ ਇੱਕ ਮਾਮਲਾ, ਇੱਕ ਜੇਲ੍ਹ ਦਾ ਮਾਮਲਾ, ਉੱਥੇ ਕੋਈ ਜਿਹੜਾ ਕਰਮਜੀਤ ਭੁੱਲਰ ਵਰਗਾ ਕੋਈ ਆਫੀਸਰ ਜਿਹੜਾ ਉਹਨੇ ਸ਼ਿਕਾਇਤ ਕਰ ਦਿੱਤੀ। ਕਿੰਨੇ ਮਾਮਲੇ ਜਿੱਥੇ ਜਿੱਥੇ ਜੇਲ੍ਹਾਂ ਦੇ ਵਿੱਚ ਇਹ ਰਹੇ ਆ ਉੱਥੇ ਉੱਥੇ ਕੀ ਪਤਾ ਕਿੱਥੇ ਕਿੰਨੇ ਪੈਸੇ ਇਕੱਠੇ ਕੀਤੇ ਆ। ਈਵਨ ਜਿਹੜੇ ਡੀਆਈਜੀ ਰਹੇ ਨੇ ਜੇਲ੍ਹਾਂ ਦੇ, ਮਤਲਬ ਕਿ ਸਾਰੀਆਂ ਜੇਲ੍ਹਾਂ ਅਧੀਨ ਆਉਂਦੀਆਂ ਸੀਗੀਆਂ, ਉਹ ਕਰਪਸ਼ਨ ਜੇ ਨਿਕਲ ਆਵੇ ਉਹ ਤਾਂ ਇੰਨੀ ਹੋ ਸਕਦੀ ਹੈ ਕਿ ਪਤਾ ਹੀ ਕੋਈ ਨਹੀਂ ਕਿ ਕਿੰਨਾ ਕੁ ਪੈਸਾ ਮਹੀਨੇ ਦਾ ਇਹ ਲੋਕ ਇਕੱਠਾ ਕਰਦੇ ਆ। ਜਦੋਂ ਵੀ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਜਾਂਦੀ ਆ ਤੇ ਇਹ ਗੱਲ ਸਾਹਮਣੇ ਆਉਂਦੀ ਆ ਕਿ ਪੰਜਾਬ 'ਚ ਨਸ਼ਾ ਬੰਦ ਕਿਵੇਂ ਹੋਊਗਾ। ਮੇਰਾ ਇਹ ਕਹਿਣਾ ਹੁੰਦਾ ਕਿ ਜੇ ਤੁਸੀਂ ਜੇਲ੍ਹਾਂ ਦੇ ਅੰਦਰ ਜਿਹੜੀਆਂ ਜੇਲ੍ਹਾਂ
ਕੰਧਾਂ ਦੇ ਨਾਲ ਕਵਰ ਨੇ, ਇੱਕ ਛੋਟੀ ਖਿੜਕੀ ਖੁੱਲਦੀ ਆ ਅੰਦਰ ਜਾਣ ਲਈ। ਜੇ ਉੱਥੇ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ, ਬਾਹਰ ਖੁੱਲਾ ਜਿੱਥੇ ਹਰੇਕ ਨੂੰ ਆਜ਼ਾਦੀ ਹੈ, ਜਿੱਧਰ ਮਰਜ਼ੀ ਤੁਰਿਆ ਫਿਰੇ, ਉੱਥੇ ਤੁਸੀਂ ਕੰਟਰੋਲ ਕਿਵੇਂ ਕਰ ਸਕਦੇ ਹੋ? ਜੇ ਕੰਧਾਂ ਦੇ ਅੰਦਰ ਕੰਟਰੋਲ ਕਰ ਲਿਆ ਤੇ ਬਾਹਰ ਵੀ ਕੰਟਰੋਲ ਹੋ ਸਕਦਾ ਹੈ। ਉਹਦੇ ਵਾਸਤੇ ਵਿਲ ਪਾਵਰ ਚਾਹੀਦੀ ਆ। ਫੋਨ ਢਾਂਚਾ ਬੰਦ ਕਿਵੇਂ ਹੋਵੇ? ਹਰੇਕ ਇਹ ਗੱਲ ਕਰਦਾ ਕਿ ਜਦੋਂ ਅਸੀਂ ਆ ਗਏ ਫਿਰ ਅਸੀਂ ਦੇਖਣਾ ਜੈਮਰ ਲਾ ਦਿਆਂਗੇ। ਜੇ ਜੈਮਰ ਲੱਗ ਜਾਣ ਉੱਥੇ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਸਿਰਫ ਲੈਂਡਲਾਈਨ ਫੋਨ ਵਰਤੇ ਤੇ ਇਹਦੇ ਨਾਲ ਜੇਲ੍ਹਾਂ ਦੇ ਵਿੱਚ ਕੰਟਰੋਲ ਹੋ ਸਕਦਾ। ਪਰ ਤੁਸੀਂ ਸੋਚ ਕੇ ਦੇਖੋ ਕਿ ਉਹਦੇ ਨਾਲ ਜਿਹੜਾ ਪ੍ਰਸ਼ਾਸਨ ਹੈ, ਜੇਲ੍ਹ ਪ੍ਰਸ਼ਾਸਨ ਹੈ, ਉਹਨੂੰ ਸਿਰਫ ਤਨਖਾਹ ਤੇ ਫਿਰ ਗੁਜ਼ਾਰਾ ਕਰਨਾ ਪਊਗਾ ਜੀ, ਜਿਹੜਾ ਕਿ ਉਹ ਕਦੀ ਵੀ ਬਰਦਾਸ਼ਤ ਨਹੀਂ ਕਰਦਾ। ਪੰਨੂ ਸਾਹਿਬ, ਜਿਹੋ ਜਿਹੇ ਤੁਸੀਂ ਅੰਕੜੇ ਦੱਸੇ ਨੇ ਕਿ ਇੱਕ ਮਾਮੂਲੀ ਜਿਹੀ ਬੀੜੀ ਜਾਂ ਉਹ ਜਿਹੜਾ ਖਾਣ ਵਾਲਾ ਤੰਬਾਕੂ ਆ ਉਹਦੀ ਕੀਮਤ ਹਜ਼ਾਰਾਂ 'ਚ ਪਹੁੰਚਦੀ ਏ, ਤੇ ਫਿਰ ਤੇ ਪ੍ਰਸ਼ਾਸਨ ਇਸ ਵਾਲੇ ਪਾਸੇ ਨੂੰ ਕਦੇ ਵੀ ਨਹੀਂ ਤੁਰੂਗਾ ਕਿ ਇਹ ਸਾਰੀਆਂ ਚੀਜ਼ਾਂ ਠੀਕ ਹੋ ਸਕਣ। ਨਵੀਂ ਸਰਕਾਰ ਆਈ ਆ ਤੇ ਅਸੀਂ ਇਹ ਵੀ ਜਾਣਦੇ ਹਾਂ, ਦਰਸ਼ਕ ਵੀ ਇਸ ਗੱਲ ਨੂੰ ਜਾਣਦੇ ਨੇ ਕਿ ਜਦੋਂ ਕੋਈ ਅਫਸਰ ਨਵਾਂ ਅਪੁਆਇੰਟ ਹੁੰਦਾ ਉਹ ਪੂਰੀ ਕੋਸ਼ਿਸ਼ ਕਰਦਾ ਹੈ ਕਿ ਸਿਸਟਮ ਜਿਹੜਾ ਆ ਉਹਨੂੰ ਠੀਕ ਕਰ ਸਕੇ। ਪਰ ਕਈ ਵਾਰ ਜਾਂ ਬਹੁਤ ਵਾਰ ਇਤਿਹਾਸ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਕਿ ਫਿਰ ਉਹ ਵੀ ਉਸੇ ਰਾਜਨੀਤੀ ਦਾ ਜਾਂ ਉਹੋ ਜਿਹੀ ਹੀ ਜਿੱਦਾਂ ਦੀਆਂ ਪ੍ਰਕਿਰਿਆਵਾਂ ਚੱਲਦੀਆਂ ਨੇ ਉਹਨਾਂ ਦੇ ਹਿੱਸੇਦਾਰ ਬਣ ਜਾਂਦੇ ਨੇ। ਅਸੀਂ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਇੱਦਾਂ ਨਾ ਹੋਵੇ। ਜਿਹੜੀ ਇਹ ਸਰਕਾਰ ਆ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਲਈ ਜੇ ਤਰੱਦਦ ਕਰਦੀ ਆ ਤੇ ਉਹ ਠੀਕ ਕਰਨ। ਪਰ ਤੁਸੀਂ ਬਿਲਕੁਲ ਜਿੱਦਾਂ ਸਹੀ ਦੱਸਿਆ ਜੀ ਕਿ ਬੰਦ ਇੱਕ ਬਿਲਡਿੰਗ ਹੈ, ਉਹਦੇ ਅੰਦਰ ਪ੍ਰਸ਼ਾਸਨ ਦਾ ਹੀ ਸਾਰਾ ਕੰਮ ਆ। ਜੇਕਰ ਤੁਸੀਂ ਵੀ ਇਹ ਸੋਚਦੇ ਆ ਕਿ ਜੈਮਰ ਲਾ ਕੇ ਹੀ ਫੋਨ ਠੀਕ ਕਰਨੇ ਨੇ ਤੇ ਫਿਰ ਜੈਮਰ ਨੂੰ ਕੁਝ ਦੇਰ ਲਈ ਬੰਦ ਕਰਕੇ ਫਿਰ ਇਹ ਨਵੀਆਂ ਕਹਾਣੀਆਂ ਪਾ ਲੈਣਗੇ। ਤੇ ਅਸੀਂ ਅਕਸਰ ਇਹ ਗੱਲ ਸੁਣਦੇ ਸਮਝਦੇ ਆਏ ਹਾਂ ਕਿ ਜਿਹੜੀ ਚੀਜ਼ ਇੱਥੇ ਬੈਨ ਹੁੰਦੀ ਹੈ ਉਹ ਅਸਲ 'ਚ ਬੈਨ ਨਹੀਂ ਹੁੰਦੀ, ਉਹਦੇ ਰੇਟ ਜਿਹੜੇ ਨੇ ਉਹ ਹੋਰ ਵੱਧ ਜਾਂਦੇ ਨੇ। ਤੇ ਪ੍ਰਮਾਤਮਾ ਕਰੇ ਕਿ ਜਾਂ ਤੇ ਅਫਸਰ ਸੁਧਰ ਜਾਣ ਤੇ ਜਾਂ ਫਿਰ ਕੋਈ ਹੋਰ ਚਮਤਕਾਰ ਹੀ ਹੋ ਜਾਏ ਕਿ ਸਾਰਾ ਕੁਝ ਠੀਕ ਹੋ ਜਾਏ। ਤੇ ਅਸੀਂ ਹੁਣ ਇੱਕ ਬ੍ਰੇਕ ਲਈਏ, ਉਸ ਤੋਂ ਬਾਅਦ ਕਰਦੇ ਹਾਂ ਜੀ ਅਗਲੀ ਗੱਲਬਾਤ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਵਿੱਚ। ਪੰਨੂ ਸਾਹਿਬ, ਇੱਕ ਹੋਰ ਮਸਲਾ ਪੰਜਾਬ ਦਾ ਬੜਾ ਗੰਭੀਰ, ਕਿਸਾਨੀ ਜਿਹੜੀ ਆ ਉਹ ਅਕਸਰ ਚਰਚਾਵਾਂ ਦੇ ਵਿੱਚ ਰਹਿੰਦੀ ਆ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ ਤੇ ਉਹਨਾਂ ਦੇ ਦੋ ਸਲਾਹਕਾਰ ਪੰਜਾਬ ਦੇ ਪੁਰਾਣੇ ਮਿੱਤਰ, ਉਹਨਾਂ ਨੇ ਪੁੱਛਿਆ ਕਿ ਦੱਸੋ ਮੈਂ ਪੰਜਾਬ ਦੇ ਕਿਸਾਨਾਂ ਲਈ ਕੀ ਕਰਾਂ, ਤੇ ਉਹਨਾਂ ਨੇ ਕਿਹਾ ਤੁਸੀਂ ਕੁਝ ਨਹੀਂ ਕਰ ਸਕਦੇ। ਉਹ ਕਹਿੰਦੇ ਯਾਰ ਜੇ ਮੈਂ ਹੁਣ ਫਾਈਨਾਂਸ ਮੰਤਰੀ ਹਾਂ ਤੇ ਤੁਸੀਂ ਦੱਸੋ ਜੋ ਮੈਂ ਕਰ ਸਕਦਾ। ਉਹ ਕਹਿੰਦੇ ਦੁਨੀਆ ਦੇ ਵਿੱਚ ਜਿਹੜਾ ਵੀ ਕੋਈ ਪ੍ਰੋਡਿਊਸਰ ਹੈ ਉਹ ਆਪਣੀ ਚੀਜ਼ ਦੀ ਕੀਮਤ ਆਪ ਤੈਅ ਕਰਦਾ। ਤੁਸੀਂ ਇੱਦਾਂ ਦੀ ਇੱਕ ਕਮੇਟੀ ਬਣਾ ਦਿਓ ਕਿ ਕਿਸਾਨ ਆਪਣੀਆਂ ਵਸਤੂਆਂ ਜਿਹੜੀਆਂ ਵੀ ਉਹ ਉਗਾਉਂਦੇ ਨੇ, ਜੋ ਵੀ ਉਹ ਉਪਜਾਉਂਦੇ ਨੇ, ਉਹਦੀ ਕੀਮਤ ਉਹ ਆਪ ਤੈਅ ਕਰਨ। ਤੇ ਮਨਮੋਹਨ ਸਿੰਘ ਨੇ ਕਹਿੰਦੇ ਹੱਥ ਖਿੱਚ ਲਿਆ ਕਿ ਇਹ ਤੇ ਕੰਮ ਔਖਾ ਹੈ। ਅਸੀਂ ਬੀਤੇ ਸਮੇਂ ਦੇ ਵਿੱਚ ਦੇਖਿਆ ਕਿ ਕਿਸਾਨਾਂ ਦੇ ਵਿਰੋਧ ਵਿੱਚ 2-3 ਕਾਨੂੰਨ ਪਾਸ ਕਰ ਦਿੱਤੇ ਗਏ ਤੇ ਉਹਦੇ ਲਈ ਸਾਨੂੰ ਬਹੁਤ ਲੰਬਾ ਸੰਘਰਸ਼ ਜਿਹੜਾ ਉਹ ਕਰਨਾ ਪਿਆ। ਅੱਜ ਦੀ ਜਿਹੜੀ ਖਬਰ ਹੈ ਕਿ ਕਿਸਾਨਾਂ ਦੇ ਲਈ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਨੇ ਉਹ ਨਿਕਲ ਗਏ। ਉਹ ਕੁਝ ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਕਰਜ਼ੇ ਦੀ ਤਲਵਾਰ ਲਟਕੀ ਹੋਈ ਹੈ। ਤੇ ਸਾਨੂੰ ਉਹ ਯਾਦ ਆਇਆ 17 ਦਾ ਉਹ ਮੰਜ਼ਰ ਜਦੋਂ ਕੈਪਟਨ ਸਾਹਿਬ ਨੇ ਸਹੁੰਆਂ ਖਾਧੀਆਂ ਕਿ ਤੁਹਾਡਾ ਚਾਹੇ ਆੜ੍ਹਤੀਆਂ ਵਾਲਾ ਹੋਵੇ, ਚਾਹੇ ਸੁਸਾਇਟੀਆਂ ਵਾਲਾ ਹੋਵੇ ਤੇ ਚਾਹੇ ਉਹ ਸਰਕਾਰੀ ਬੈਂਕਾਂ ਵਾਲਾ ਹੋਵੇ, ਮੈਂ ਮਾफ़ ਕਰੂੰ। ਉਹਦੇ 'ਚੋਂ ਕੁਝ ਝਾੜ ਪੂੰਝ ਹੋਈ ਵੀ, ਪਰ ਹੁਣ ਜਿਹੜੇ ਇਹ ਨਵੇਂ ਵਾਰੰਟ ਨੇ ਇਹ ਕਿੱਥੋਂ ਆਏ ਨੇ ਤੇ ਕੀ ਹੈ ਜੀ ਸਾਰੀ ਕਹਾਣੀ? ਦੇਖੋ, ਇਹ ਮਾਮਲਾ ਉਹੀ ਹੈ ਐਕਚੁਅਲੀ। ਜਦੋਂ ਆਪਾਂ ਕਿਉਂਕਿ ਖਬਰਾਂ ਦੇ ਨਾਲ ਜੁੜੇ ਹੋਏ ਲੋਕ ਆ, ਅਸੀਂ ਖਬਰਾਂ ਦੇ ਧੁਰ ਅੰਦਰ ਤੱਕ ਜਾਂਦੇ, ਉਹਦੀ ਚੀਰ ਫਾੜ ਕਰਦੇ ਹਾਂ ਵੀ ਜੇ ਫਲਾਂ ਸਿਆਸਤਦਾਨ ਨੇ ਇਹ ਗੱਲ ਕਹੀ ਆ ਤੇ ਇਹਦੇ ਪਿੱਛੇ ਅਸਲ ਮਾਇਨੇ ਉਹਦੇ ਕੀ ਆ। ਕਿਉਂਕਿ ਉਹ ਨਹੀਂ ਹੁੰਦਾ ਜੋ ਉਹ ਕਹਿੰਦਾ ਉਹ ਹੁੰਦਾ ਨਹੀਂ, ਕਿਉਂਕਿ ਉਹਨੇ ਤਾਂ ਗੁੰਮਰਾਹ ਕਰਨਾ ਹੁੰਦਾ ਕਿਸੇ ਤਰੀਕੇ ਦੇ ਨਾਲ ਵੋਟਰਾਂ ਨੂੰ। ਉਹ ਚਾਹੇ ਸੂਬੇ ਦਾ ਸਿਆਸਤਦਾਨ ਹੈ, ਮੁਲਕ ਦਾ ਸਿਆਸਤਦਾਨ ਹੈ, ਦੁਨੀਆ ਦਾ ਸਿਆਸਤਦਾਨ ਹੈ, ਕਿਉਂਕਿ ਲਗਭਗ ਇੱਕੋ ਜਿਹੀ ਸਿਆਸਤ ਹੋ ਚੱਲੀ ਆ ਪੂਰੀ ਦੁਨੀਆ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਦੋਂ ਇਹ ਗੱਲ ਕਹੀ ਸੀਗੀ ਵੀ ਚਾਹੇ ਤੁਸੀਂ ਸਰਕਾਰੀ ਬੈਂਕਾਂ ਤੋਂ ਲਏ ਨੇ, ਪ੍ਰਾਈਵੇਟ ਬੈਂਕਾਂ ਤੋਂ ਲਏ ਨੇ, ਆੜ੍ਹਤੀਆਂ ਤੋਂ ਲਏ ਨੇ, ਗੁਆਂਢੀਆਂ ਤੋਂ ਫੜੇ ਨੇ, ਸਾਰੇ ਦੇ ਸਾਰੇ ਕਰਜ਼ੇ ਅਸੀਂ ਮਾਫ਼ ਕਰਾਂਗੇ। ਜਿਹੜੇ ਕਿਸਾਨ ਸੀਗੇ ਉਹਨਾਂ ਨੇ ਇਹ ਗੱਲ ਉਦੋਂ ਸੋਚੀ ਕਿ ਜੇ ਮਾਫ਼ ਹੀ ਕਰਾਉਣਾ ਤੇ ਫਿਰ ਥੋੜਾ ਹੋਰ ਕਿਉਂ ਨਾ ਲੈ ਲਿਆ ਜਾਵੇ ਜੀ। ਜਿਹਦੇ ਉੱਤੇ ਲੱਖ ਦਾ ਕਰਜ਼ਾ ਸੀ ਉਹਨੇ ਲੱਖ ਹੋਰ ਫੜ ਲਿਆ, ਜਿਹਦੇ ਕੋਲੇ 2 ਲੱਖ ਦਾ ਕਰਜ਼ਾ ਸੀ ਉਹਨੇ 2 ਲੱਖ ਹੋਰ ਫੜ ਲਿਆ, ਜਿਹਦੇ ਤੇ 5 ਲੱਖ ਦਾ ਕਰਜ਼ਾ ਸੀ ਉਹਨੇ 5 ਲੱਖ ਹੋਰ ਫੜ ਲਿਆ ਜੀ। ਜਦੋਂ ਇਹ ਕਰਜ਼ਾ ਮਾਫੀ ਦੀ ਗੱਲ ਚੱਲੀ ਫਿਰ ਗਰੀਬ ਕਿਸਾਨ ਲੱਭਣੇ ਸ਼ੁਰੂ ਕੀਤੇ। ਫਿਰ ਉਹਨਾਂ ਗਰੀਬਾਂ ਚੋਂ ਹੋਰ ਗਰੀਬ ਲੱਭੇ ਜੀ। ਇੱਕ ਪਿੰਡ ਪੈਂਦਾ ਭੋਤਨਾ,
ਔਰ ਇਹ ਟੱਲੇਵਾਲ ਦੇ ਨੇੜੇ ਆ, ਜੀ ਉੱਥੇ 3 ਪੀੜ੍ਹੀਆਂ ਖੁਦਕੁਸ਼ੀ ਕਰ ਗਈਆਂ ਹੋਈਆਂ। ਦਾਦਾ, ਫਿਰ ਪਿਓ, ਤੇ ਫਿਰ ਗਾਂ ਅੱਗੇ ਉਹਦਾ ਪੁੱਤ, ਦਾਦੇ ਦਾ ਪੋਤਾ। ਉਹਨਾਂ ਦੇ ਘਰ ਦੇ ਵਿੱਚ ਕੋਈ ਮੇਲ ਮੈਂਬਰ ਨਹੀਂ ਗਾ ਇਸ ਵੇਲੇ। ਔਰ ਖੁਦਕੁਸ਼ੀਆਂ ਜਿਹੜੀਆਂ, ਇਹ ਖੁਦਕੁਸ਼ੀਆਂ ਦੀ ਖੇਤੀ ਪੰਜਾਬ ਦੇ ਵਿੱਚ ਕਿਉਂ ਹੁੰਦੀ ਆ? ਜੀ ਇਹ ਕਰਜ਼ਾ ਇਹਦਾ ਖਾਸ ਤੌਰ ਦੇ ਉੱਤੇ ਮੁੱਖ ਕਾਰਨ ਹੈ। ਲੋੜ ਤੋਂ ਵੱਧ ਕਰਜ਼ਾ ਚੁੱਕ ਲੈਣਾ, ਜਾਂ ਜਿਹੜੀ ਚੀਜ਼ ਦੇ ਵਾਸਤੇ ਕਰਜ਼ਾ ਚੁੱਕਿਆ ਉਹ ਖੇਤੀ ਦੇ ਵਾਸਤੇ ਤਾਂ ਹੁੰਦਾ ਨਹੀਂ, ਲਿਮਟਾਂ ਬਣਾ ਲੀਆਂ। ਜਦੋਂ ਲਿਮਟਾਂ ਬਣਨੀਆਂ ਸ਼ੁਰੂ ਹੋਈਆਂ, ਅਸਲ ਦੇ ਵਿੱਚ ਇਹ ਸਮੱਸਿਆ ਉਦੋਂ ਸਟਾਰਟ ਹੋਈ। ਜਿੰਨੀ ਦੇਰ ਤੱਕ ਇਹ ਸਾਰਾ ਕੁਝ ਆੜਤੀਏ ਦੇ ਹੱਥ ਦੇ ਵਿੱਚ ਸੀਗਾ ਨਾ, ਆੜਤੀਆ ਬੜਾ ਸਿਆਣਾ ਮੰਨਿਆ ਜਾਂਦਾ। ਉਹ ਕਿਸਾਨ ਨੂੰ ਸਮਝਾ ਦਿੰਦਾ ਸੀ ਵੀ ਵੇਖ ਫਲਾਨਾ ਸਿਆ, ਤੇਰੇ ਉੱਤੇ ਇੰਨਾ ਕਰਜ਼ਾ ਹੋ ਗਿਆ। ਜੇ ਉਹ 50,000 ਮੰਗਣ ਆਉਂਦਾ ਤੇ ਉਹ ਕਹਿੰਦਾ ਵੇਖ ਵੀ ਪਹਿਲਾਂ ਤੇਰੇ ਉੱਤੇ 50,000 ਆ, ਜੇ ਇਹ ਨਾਲ ਜੁੜ ਗਿਆ ਲੱਖ ਹੋ ਜੂ, ਤੂੰ ਤਾਂ ਮੈਨੂੰ ਵਿਆਜ ਦਿੰਦਾ, ਤੁਰ ਜਾਵੇਗਾ ਦੁਨੀਆ ਤੋਂ, ਜਾਂ ਫਿਰ ਤੇਰੀ ਜ਼ਮੀਨ ਜਿਹੜੀ ਉਹ ਕੁਰਕ ਹੋ ਜੂਗੀ। ਤੂੰ ਏਦਾਂ ਕਰ, ਔਖਾ ਸੌਖਾ 10,000 ਨਾਲ 15,000 ਨਾਲ ਸਾਰ ਲਾ। ਉਹ ਉਹਨੇ ਕੁ ਨਾਲ ਉਹਨੂੰ ਸਿਆਣਪ ਦੇ ਨਾਲ ਬਿਠਾ ਕੇ ਤੋੜ ਦਿੰਦਾ ਸੀ। ਕਈ ਜਿਨ੍ਹਾਂ ਨੇ ਉਹ ਗੂਠੇ ਲਵਾ ਵੀ ਲੈਂਦੇ ਸੀਗੇ। ਪਰ ਇਹ ਜਦੋਂ ਲਿਮਟਾਂ ਸ਼ੁਰੂ ਹੋਈਆਂ ਨਾ ਜੀ, ਅਸਲ ਦੇ ਵਿੱਚ ਕਹਾਣੀ ਫੇਰ ਉਦੋਂ ਖਰਾਬ ਹੋਣੀ ਸ਼ੁਰੂ ਹੋਈ ਆ। ਕਾਗਜ਼ ਚੱਕੇ, ਲਿਮਟ ਬਣਾਈ ਤੇ ਗੱਡੀ ਕਢਾ ਲਈ। ਕਾਗਜ਼ ਚੱਕੇ, ਲਿਮਟ ਬਣਾਈ, ਨਵਾਂ ਮੋਟਰਸਾਈਕਲ ਕਢਾ ਲਿਆ। ਕਾਗਜ਼ ਚੱਕੇ, ਲਿਮਟ ਬਣਾਈ, ਵਿਆਹਾਂ ਦੇ ਉੱਤੇ ਖਰਚ ਜਿਹੜਾ ਸੀਗਾ ਉਹ ਵੇਖਾ ਵੇਖੀ ਕਰਨਾ ਸ਼ੁਰੂ ਕਰ ਦਿੱਤਾ। ਮੈਂ ਨਹੀਂ ਕਹਿੰਦਾ ਸਾਰੇ ਕਿਸਾਨ ਇਹ ਕਰਦੇ ਆ, ਪਰ ਬਹੁਤ ਸਾਰੇ ਕਿਸਾਨ ਇਹ ਕਰਦੇ ਆ। ਔਰ ਉਦੋਂ 17 ਦੀਆਂ ਚੋਣਾਂ ਤੋਂ ਐਨ ਪਹਿਲਾਂ ਕਿਸਾਨਾਂ ਨੇ ਬਹੁਤ ਸਾਰਾ ਕਰਜ਼ਾ ਚੁੱਕਿਆ ਵੀ ਸਰਕਾਰ ਨੇ ਮਾਫ ਕਰ ਦੇਣਾ, ਗੱਲ ਹੀ ਕੋਈ ਨਹੀਂ, ਹੁਣ ਤਾਂ ਪਰਵਾਹ ਕਰਨ ਦੀ ਲੋੜ ਨਹੀਂ, ਥੋੜਾ ਹੋਰ ਚੁੱਕ ਲਓ। ਉਦੋਂ ਬਾਅਦ ਇਹ ਜਿਹੜੇ ਕਿਸਾਨ ਸੀ ਉਹ ਕਰਜ਼ਾਈ ਹੋਣੇ ਸ਼ੁਰੂ ਹੋ ਗਏ, ਕਿਉਂਕਿ ਕਿਸ਼ਤਾਂ ਮੋੜੀਆਂ ਨਾ ਜੀ। ਕਿਸ਼ਤਾਂ ਇਸ ਕਰਕੇ ਨਾ ਮੋੜੀਆਂ ਵੀ ਸਰਕਾਰ ਦੇਊਗੀ, ਅਸੀਂ ਥੋੜੀ ਦੇਣੀਆਂ ਹੁਣ ਇਹ ਕਿਸ਼ਤਾਂ। ਉਹਦੇ ਨਾਲ ਹੋਣਾ ਇਹ ਸ਼ੁਰੂ ਹੋ ਗਿਆ ਕਿ ਕਿਸਾਨ ਡਿਫਾਲਟਰ ਹੋਣੇ ਸ਼ੁਰੂ ਹੋ ਗਏ। ਇਹ ਗੱਲ ਮੈਂ ਤਕਰੀਬਨ 1.5 ਸਾਲ 2 ਸਾਲ ਪਹਿਲਾਂ ਤੋਂ ਉਹ ਕਰਦਾ ਆ ਰਿਹਾ ਹੈ ਕਿ ਜਦੋਂ ਕਿਸਾਨ ਡਿਫਾਲਟਰ ਹੋ ਜਾਣਗੇ, ਉਦੋਂ ਵੀ ਗੱਲ ਚੱਲਦੀ ਸੀ ਵੀ ਇਹ ਬਹੁਤ ਬੁਰੇ ਫਸਾਤੇ ਸਿਆਸਤਦਾਨਾਂ ਨੇ। ਕਿਸਾਨ ਡਿਫਾਲਟਰ ਹੋ ਕੇ ਕੋਈ ਬੈਂਕ ਉਹਨਾਂ ਨੂੰ ਕਰਜ਼ਾ ਨਹੀਂ ਦੇਊਗਾ। ਉਧਰ ਜਿਹੜਾ ਬੈਂਕਾਂ ਦਾ ਰੱਸਾ ਹੈ ਉਹ ਵੱਖਰੇ ਤੌਰ ਦੇ ਉੱਤੇ ਗੱਲ ਨੂੰ ਆਊਗਾ ਹੀ ਆਊਗਾ। ਜਿੰਨਾ ਬੈਂਕਾਂ ਨੇ ਕਰਜ਼ਾ ਦਿੱਤਾ ਹੋਇਆ, ਦੇਖੋ ਚਾਹੇ ਕੋਈ ਵੀ ਹੋਵੇ ਉੱਥੇ ਜੀ, ਉਹ ਆਪਣੀ ਕਲੈਕਸ਼ਨ ਕਰਨ ਦੇ ਵਾਸਤੇ ਤਾਂ ਜਾਣਗੇ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹਨਾਂ ਮਸਲਿਆਂ ਦੇ ਉੱਤੇ ਮਹਿਜ਼ ਸਿਆਸਤ ਕਰਦੀਆਂ ਰਹੀਆਂ ਨੇ। ਉਹਨਾਂ ਨੇ ਕਿਸਾਨਾਂ ਨੂੰ ਕਦੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸਮਝਾਈਆਂ ਵੀ ਘੱਟ ਖਾ ਲਓ, ਵਿਆਹਾਂ ਦੇ ਉੱਤੇ ਪੈਸੇ ਜ਼ਿਆਦਾ ਖਰਚ ਨਾ ਕਰੋ। ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਆ, ਲਹਿੰਦਾ ਪੰਜਾਬ, ਉੱਥੇ ਇਹ ਕੀਤਾ ਹੋਇਆ ਜੀ ਕਿ ਵਿਆਹਾਂ ਦੇ ਉੱਤੇ ਖਰਚ ਕਿੰਨਾ ਹੋਊਗਾ, ਇੱਕ ਦਾਲ ਇੱਕ ਸਬਜ਼ੀ, ਇੰਨੀ ਕੁ ਰੋਟੀ ਜਿਹੜੀ ਉਹ ਹੈ। ਇੱਥੇ ਸਾਡੇ ਕਦੇ ਕਿਸੇ ਨੇ ਕੀਤਾ ਜੀ? ਨਾ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਕਿਸੇ ਜਗ੍ਹਾ ਦੇ ਉੱਤੇ ਵਿਆਹਾਂ ਦੇ ਉੱਤੇ ਕੋਈ ਰੋਕ ਲਾਈ, ਨਾ ਸਾਡੀਆਂ ਇਹਨਾਂ ਸਮਾਜਿਕ ਜਥੇਬੰਦੀਆਂ ਨੇ ਇਹਦੇ ਉੱਤੇ ਰੋਕ ਲਾਈ ਕਿਸਾਨਾਂ ਦੀਆਂ ਜਾਂ ਜਿਹੜੀਆਂ ਦੂਸਰੀਆਂ, ਕਿਉਂਕਿ ਕੋਈ ਪੰਗਾ ਨਹੀਂ ਲੈਣਾ ਚਾਹੁੰਦਾ, ਕੋਈ ਬੋਲਣਾ ਨਹੀਂ ਚਾਹੁੰਦਾ। ਉਹਨਾਂ ਨੂੰ ਪਤਾ ਜਿਹੜਾ ਬੋਲੂਗਾ ਇਹ ਸਾਰੇ ਹਾਲ ਕਰਕੇ ਉਹਦੇ ਪਿੱਛੇ ਪੈ ਜਾਣਗੇ। ਤੂੰ ਕੌਣ ਹੁੰਦਾ ਐਡੀ ਅਕਲ ਦੀ ਗੱਲ ਦੱਸਣ ਵਾਲਾ? ਜੇ ਅਸੀਂ ਆਪਣੀਆਂ ਲਿਮਟਾਂ ਦੇ ਨਾਲ ਕਾਰਾਂ ਕਢਵਾਉਣੇ ਆ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ? ਜੇ ਅਸੀਂ ਆਪਣੀਆਂ ਲਿਮਟਾਂ ਚੁੱਕ ਕੇ ਮੁੰਡੇ ਕੁੜੀਆਂ ਦੇ ਵਿਆਹ ਦੇ ਉੱਤੇ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਆ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ? ਇਸ ਕਰਕੇ ਕੋਈ ਬੋਲਦਾ ਨਹੀਂ। ਹੁਣ ਕੀ ਹੋਇਆ, ਜਿਹੜੇ ਉਹ 17 ਦੇ ਵੇਲੇ ਦੇ ਜਿਨ੍ਹਾਂ ਨੇ ਕਿਸ਼ਤਾਂ ਨਹੀਂ ਮੋੜੀਆਂ, ਬੈਂਕਾਂ ਨੇ ਡਿਫਾਲਟਰ ਡਿਕਲੇਅਰ ਕਰ ਦਿੱਤੇ। ਕਾਗਜ਼ਾਂ ਦੇ ਵਿੱਚ ਉਹ ਬੈਂਕਾਂ ਦੇ ਡਿਫਾਲਟਰ ਬਣ ਗਏ। ਜਦੋਂ ਡਿਫਾਲਟਰ ਬਣ ਗਏ ਤਾਂ ਉੱਤੋਂ ਬੈਂਕਾਂ ਨੇ ਜਿਹੜਾ ਸੀਗਾ ਉਹ ਉਹਨਾਂ ਵੱਲ ਨੂੰ ਗੇੜੇ ਦੇਣੇ ਸ਼ੁਰੂ ਕਰ ਦਿੱਤੇ ਕਿ ਲਿਆਓ ਬਈ ਕਿਸ਼ਤ ਜਿਹੜੀ ਉਹ ਕੀ ਬਣਿਆ ਉਹਦਾ। ਇੱਕ ਤਾਂ ਇਹਦੇ ਵਾਸਤੇ 2000 ਕਿਸਾਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਆ ਉਹ ਤਿਆਰ ਹੋ ਗਏ। ਇਹਦੇ 'ਚ ਕੁਝ ਨਵੇਂ ਆ, ਕੁਝ ਪੁਰਾਣੇ ਵਾਰੰਟ ਜਿਹੜੇ ਉਹ ਰਿਨਿਊ ਕੀਤੇ ਗਏ ਆ। ਸਰਕਾਰ ਨੂੰ 71,000 ਕਿਸਾਨਾਂ ਤੋਂ 3200 ਕਰੋੜ ਰੁਪਏ ਦੀ ਵਸੂਲੀ ਕਰਨੀ ਆ। 71,000 ਕਿਸਾਨਾਂ ਤੋਂ 3200 ਕਰੋੜ ਰੁਪਏ ਦੀ ਵਸੂਲੀ। ਇਹਦਾ ਜਿਹੜਾ ਹੁਣ ਜਦੋਂ ਡਿਫਾਲਟਰ ਹੋ ਗਏ ਔਰ ਇਹਨਾਂ ਦੇ ਵਾਰੰਟ ਬਣਨੇ ਸ਼ੁਰੂ ਹੋ ਗਏ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਨਿਕਲ ਆਏ, ਬਲਬੀਰ ਸਿੰਘ ਰਾਜੇਵਾਲ ਹੋਰਾਂ ਵਰਗੇ, ਜਿਹੜੇ ਇਹ ਕਹਿੰਦੇ ਸੀ ਮੁੱਖ ਮੰਤਰੀ ਬਣ ਕੇ ਸਾਹ ਲੈਣਾ।
ਹੁਣ ਉਹ ਫੇਰ ਉਹਨਾਂ ਨੂੰ ਕਿਸਾਨਾਂ ਦਾ ਹੇਤ ਜਾਗੂਗਾ ਤੇ ਉਹਦੇ ਉੱਤੇ ਉਹ ਸਿਆਸਤ ਜਿਹੜੀ ਆ ਉਹ ਕਰਨਗੇ। ਨਾਲ ਦੀ ਨਾਲ ਚੇਤਾਵਨੀ ਜਿਹੜੀ ਉਹ ਸਰਕਾਰ ਨੂੰ ਦੇਣੀ ਸ਼ੁਰੂ ਕਰਤੀ। ਖੇਤੀ ਵਿਕਾਸ ਬੈਂਕ ਫਿਰੋਜ਼ਪੁਰ ਨੇ ਇੱਕ ਕਿਸਾਨ ਨੂੰ ਫੜਿਆ, ਉਹਦੇ ਉੱਤੇ 11 ਲੱਖ ਰੁਪਏ ਦਾ ਕਰਜ਼ਾ ਸੀ। ਹਾਲਾਂਕਿ ਉਸ ਕਿਸਾਨ ਨੇ ਲਿਖ ਕੇ ਦੇ ਦਿੱਤਾ ਕਿ 1 ਮਹੀਨੇ ਦੇ ਵਿੱਚ ਉਹ ਕਰਜ਼ਾ ਵਾਪਸ ਕਰੂਗਾ। ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਖੇਤੀ ਵਿਕਾਸ ਬੈਂਕ ਜਲਾਲਾਬਾਦ ਦੇ ਕਿਸਾਨ ਨੂੰ 12 ਲੱਖ ਦੇ ਕਰਜ਼ੇ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਹਨੇ 6,27,000 ਰੁਪਇਆ ਦੇ ਦਿੱਤਾ ਤੇ ਉਹਨੂੰ ਰਿਹਾ ਕਰ ਦਿੱਤਾ। ਪੰਜਾਬ ਦੇ ਵਿੱਚ 60,000 ਕਿਸਾਨ ਡਿਫਾਲਟਰ ਹੋਏ ਆ। 2300 ਕਰੋੜ ਰੁਪਏ ਦਾ ਕਰਜ਼ਾ ਬਕਾਇਆ। ਇਹਦੇ ਵਿੱਚ ਫਿਲਹਾਲ ਸਖਤੀ ਕਰਕੇ 1150 ਕਰੋੜ ਰੁਪਏ ਵਸੂਲ ਕਰਨ ਦੀ ਤਿਆਰੀ ਹੈ। ਪਿਛਲੇ ਸੀਜ਼ਨ ਦੇ ਵਿੱਚ ਬੈਂਕ ਸਿਰਫ 200 ਕਰੋੜ ਰੁਪਇਆ ਵਸੂਲ ਕਰ ਸਕੀਆਂ ਸੀਗੀਆਂ। ਕਿਉਂ? ਕਿਉਂਕਿ ਕਿਸਾਨ ਅੰਦੋਲਨ ਸੀ, ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਟਾਈਮ ਬੈਂਕਾਂ ਨੇ ਸਖਤੀ ਨਹੀਂ ਕੀਤੀ। ਸਖਤੀ ਇਸ ਕਰਕੇ ਨਹੀਂ ਕੀਤੀ, ਜੇ ਸਖਤੀ ਕੀਤੀ ਤੇ ਉੱਥੇ ਬੈਠੇ ਕਿਸਾਨ ਜਿਹੜੀਆਂ ਧਿਰਾਂ ਨੇ ਉਹਨਾਂ ਨੇ ਨਾਲ ਦੀ ਨਾਲ ਵਿਰੋਧ ਸ਼ੁਰੂ ਕਰ ਦੇਣਾ ਸੀ। ਹੁਣ ਜਿਹੜਾ ਇਹ ਪੈਸਾ ਹੈ ਆਪ ਤਾਂ ਤਾਰਿਆ ਨਹੀਂ ਕਿਸਾਨਾਂ ਨੇ, ਉਹ ਸਖਤੀ ਦੇ ਨਾਲ ਵਸੂਲ ਕਰਨ ਦੇ ਰੌਂ ਦੇ ਵਿੱਚ ਨੇ। ਕਿਸਾਨ ਜਥੇਬੰਦੀਆਂ ਦੇ ਵਿੱਚੋਂ ਰਾਜੇਵਾਲ ਨੇ ਇਹ ਗੱਲ ਕਹੀ ਆ ਕਿ ਨਵੀਂ ਸਰਕਾਰ ਜਿਹੜੀ ਬਣੀ ਆ ਜਿਹੜੀ ਉਹਨੇ ਇਹ ਕਰਜ਼ੇ ਦੀ ਵਸੂਲੀ ਕਿਉਂ ਸ਼ੁਰੂ ਕੀਤੀ ਆ, ਔਰ ਉਹਨਾਂ ਨੇ ਇਹ ਕਿਹਾ ਕਿ ਬਰਨਾਲਾ ਸਰਕਾਰ ਦੇ ਵੇਲੇ ਅਸੀਂ ਇਸ ਧਾਰਾ ਨੂੰ ਸਸਪੈਂਡ ਕਰਵਾ ਦਿੱਤਾ ਸੀਗਾ ਤੇ ਅੱਗੋਂ ਵੀ ਇਸ ਧਾਰਾ ਦੇ ਖਿਲਾਫ ਅਸੀਂ ਬੋਲਾਂਗੇ ਹਰ ਹਾਲਤ ਦੇ ਵਿੱਚ, ਔਰ ਸਰਕਾਰ ਦਾ ਵਿਰੋਧ ਕਰਾਂਗੇ। ਇਹ ਇੱਕ ਨਵੀਂ ਕਿਸਮ ਦਾ ਕਨਫਲਿਕਟ ਜਿਹੜਾ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਸ਼ੁਰੂ ਹੋ ਗਿਆ ਜਾਂ ਸ਼ੁਰੂ ਹੋ ਜਾਣਾ ਅਗਲੇ ਕੁਝ ਦਿਨਾਂ ਦੇ ਦੌਰਾਨ। ਹੁਣ ਵੱਡਾ ਸਵਾਲ ਇਹ ਬਣਦਾ ਕਿ ਜੇ ਕਿਸਾਨਾਂ ਨੂੰ ਨਹੀਂ ਫੜਿਆ ਜਾਂਦਾ, ਉਹਨਾਂ ਦੇ ਉੱਤੇ ਸਖਤੀ ਨਹੀਂ ਕੀਤੀ ਜਾਂਦੀ ਖਾਸ ਤੌਰ ਦੇ ਉੱਤੇ, ਫਿਰ ਬੈਂਕਾਂ ਡੁੱਬਦੀਆਂ ਨੇ ਜੀ। ਉਹ ਬੈਂਕਾਂ ਸਰਵਾਈਵ ਕਿਵੇਂ ਕਰਨਗੀਆਂ? ਕਿਉਂਕਿ ਕਿਸਾਨ ਉਹਨਾਂ ਬੈਂਕਾਂ ਦੇ ਨਾਲ ਜੁੜੇ ਹੋਏ ਆ। 3200 ਕਰੋੜ ਰੁਪਏ ਦੀ ਵਸੂਲੀ ਜਿਹੜੀ ਉਹ ਹੋਣੀ ਆ, ਔਰ ਜਿਹੜੇ 60,000 ਕਿਸਾਨ ਡਿਫਾਲਟਰ ਨੇ ਉਹਨਾਂ ਤੋਂ 2300 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਲੈਣਾ। ਤੋ ਇਸ ਕਰਕੇ ਜਿਹੜਾ ਜੇ ਇਹ ਮੰਨ ਲਓ ਬੈਂਕਾਂ ਡੁੱਬਦੀਆਂ ਨੇ ਤੇ ਕਿਸਾਨ ਫਿਰ ਡੁੱਬਣੇ ਆ ਜੀ। ਉਹ ਇਸ ਕਰਕੇ ਡੁੱਬਣੇ ਆ ਕਿ ਉਹੀ ਬੈਂਕਾਂ ਨੇ ਜਿਹੜੀਆਂ ਕਿਸਾਨਾਂ ਨੂੰ ਕਰਜ਼ੇ ਦਿੰਦੀਆਂ ਨੇ। ਹੋਣਾ ਤਾਂ ਇਹ ਚਾਹੀਦਾ ਕਿ ਚਲੋ ਥੋੜੀਆਂ ਕਿਸ਼ਤਾਂ ਦੇ ਰੂਪ ਦੇ ਵਿੱਚ ਹੀ ਸਹੀ ਲਿਖ ਲਿਖਾ ਕਰਕੇ ਕਿਸੇ ਤਰੀਕੇ ਦੇ ਨਾਲ ਇਹ ਕੰਮ ਨਿਬੜੇ, ਪਰ ਇਹ ਵੀ ਸੱਚਾਈ ਆ ਸਾਰੀਆਂ ਨਹੀਂ, ਕੁਝ ਜਥੇਬੰਦੀਆਂ ਕਿਸਾਨਾਂ ਦੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਆਪਣੀ ਸਿਆਸਤ ਚੱਲਦਾ ਰੱਖਣਾ ਚਾਹੁੰਦੀਆਂ ਨੇ। ਉਹ ਅਕਸਰ ਕਿਸਾਨਾਂ ਨੂੰ ਭੜਕਾ ਦਿੰਦੀਆਂ ਨੇ। ਸਮਝਾਇਆ ਤਾਂ ਇਹ ਜਾਣਾ ਚਾਹੀਦਾ ਕਿ ਜਦੋਂ ਕਰਜ਼ਾ ਚੁੱਕਣਾ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ, ਉਹ ਕਿੰਨੇ % ਵਿਆਜ ਦੇ ਉੱਤੇ ਤੁਹਾਨੂੰ ਕਰਜ਼ਾ ਮਿਲ ਰਿਹਾ, ਤੁਸੀਂ ਕਿਸ ਚੀਜ਼ ਦੇ ਵਾਸਤੇ ਕਰਜ਼ਾ ਲੈ ਰਹੇ ਹੋ, ਉਹਦੇ ਵਾਸਤੇ ਕਿੰਨੇ ਕਰਜ਼ੇ ਦੀ ਲੋੜ ਹੈ। ਇੱਥੇ ਕਰਜ਼ੇ ਦੇ ਤਾਂ ਹਾਲਾਤ ਪੰਜਾਬ ਦੇ ਵਿੱਚ ਇਹ ਆ, ਲੋਕ ਕਿਸਾਨ ਨਹੀਂ ਇਕੱਲੇ, ਆਮ ਜਿਹੜੇ ਲੋਕ ਨੇ ਉਹ ਤਾਂ ਆਦਮਬੋ ਕਰਦੇ ਫਿਰਦੇ ਵੀ ਕਿਤੋਂ ਕਰਜ਼ਾ ਮਿਲੇ ਸਹੀ, ਕਿੰਨੇ ਦੇ ਉੱਤੇ ਮਿਲ ਰਿਹਾ ਉਹ ਇਹਦੀ ਪਰਵਾਹ ਨਹੀਂ ਕਰਦੇ, ਉਹਦਾ ਵਿਆਜ ਕਿੰਨਾ ਹੋਊਗਾ ਇਹਦੀ ਉਹ ਪਰਵਾਹ ਨਹੀਂ ਕਰਦੇ, ਕਰਜ਼ਾ ਚੁੱਕ ਲੈਂਦੇ ਆ। ਪਤਾ ਉਦੋਂ ਲੱਗਦਾ ਜਦੋਂ ਕਿਸ਼ਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਦੋਂ ਪੁੱਛਦੇ ਨੇ ਵੀ ਜੇ ਲਾਉਣਾ ਹੋਵੇ ਤੇ ਅਗਲੇ ਕੈਲਕੂਲੇਟ ਕਰਕੇ ਜਦੋਂ ਦੱਸਦੇ ਆ ਪੈਰਾਂ ਹੇਠੋਂ ਮਿੱਟੀ ਨਿਕਲ ਜਾਂਦੀ ਆ। ਇਹ ਚੀਜ਼ਾਂ ਕਦੇ ਵੀ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਨਹੀਂ ਸਮਝਾਈਆਂ। ਮੈਂ ਤਾਂ ਕਹਿੰਦਾ ਕਿ ਆੜਤੀ ਸਿਸਟਮ ਜਿਹੜਾ ਉਹ ਬੈਸਟ ਸਿਸਟਮ ਸੀ ਜਾਂ ਹੈ ਅੱਜ ਵੀ, ਪਰ ਇਹ ਆ ਕਿ ਆੜਤੀਆਂ ਦੇ ਹੱਥੋਂ ਗੇਮ ਇਹ ਨਿਕਲ ਗਈ। ਜਿਹੜਾ ਆੜਤੀ ਆ ਉਹ ਕੀ ਕਰਦਾ, ਉਹ ਆਪਣੇ ਪੈਸੇ ਸਿਕਿਉਰ ਰੱਖਦਾ ਕਿ ਮੇਰੇ ਪੈਸਿਆਂ ਦੇ ਉੱਤੇ ਕੋਈ ਅਸਰ ਨਾ ਪਵੇ। ਉਹ ਇਸ ਕਰਕੇ ਇੰਨਾ ਕਰਜ਼ਾ ਨਹੀਂ ਦਿੰਦਾ ਸੀਗਾ ਕਿਸਾਨ ਨੂੰ ਜਿਹਦੇ ਨਾਲ ਉਹ ਡੁੱਬ ਜਾਵੇ। ਉਹ ਇਹ ਸਮਝਦਾ ਸੀ ਕਿ ਜਿੰਨਾ ਕੁ ਪੈਸਾ ਮੈਂ ਦਿੱਤਾ ਉਹਦਾ ਮੈਨੂੰ ਵਿਆਜ ਆਈ ਜਾਵੇ, ਅੱਗੋਂ ਇਹ ਘੱਟੋ ਘੱਟ ਫਸਲ ਆਪਣੀ ਜਿਹੜੀ ਆ ਉਹ ਲਿਆ ਕੇ ਮੇਰੀ ਆੜਤ ਦੇ ਉੱਤੇ ਲਿਆਵੇ ਤੇ ਉਧਰੋਂ ਵੀ ਉਹਦੇ ਪੈਸੇ ਬਣਦੇ ਜਾਣ ਤੇ ਨਾਲ ਦੀ ਨਾਲ ਉਹ ਆਪਣਾ ਕਰਜ਼ਾ ਕੱਟੀ ਜਾਵੇ। ਜਦੋਂ ਲਿਮਟਾਂ ਬਣਨੀਆਂ ਸ਼ੁਰੂ ਹੋਈਆਂ, ਪੈਸੇ ਬੈਂਕਾਂ ਤੋਂ ਆਉਣੇ ਸ਼ੁਰੂ ਹੋਏ ਤੇ ਉਹਦੇ ਵਾਸਤੇ ਤਾਂ ਕਿਸ਼ਤ ਆਪ ਜਾ ਕੇ ਜਮ੍ਹਾਂ ਕਰਾਉਣੀ ਪੈਣੀ ਸੀ, ਜਿਹੜੀ ਕਿ ਕਿਸਾਨਾਂ ਨੇ ਸਿਆਸੀ ਆਗੂਆਂ ਦੇ ਝੂਠੇ ਲਾਰਿਆਂ ਦੀ ਵਜ੍ਹਾ ਕਰਕੇ ਨਹੀਂ ਕਰਾਈ ਜਮ੍ਹਾਂ ਤੇ ਅੱਜ ਡਿਫਾਲਟਰ ਹੋਣ ਵੱਲ ਨੂੰ ਵੱਧ ਰਹੇ। ਪੰਨੂ ਸਾਹਿਬ, ਤੁਸੀਂ ਸਮੇਂ ਨੂੰ ਪਿੱਛੇ ਨੂੰ ਗੇੜਾ ਦੇ ਦਿੱਤਾ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਤੁਸੀਂ ਇੱਕ ਗੱਲ ਬਹੁਤ ਸਹੀ ਬਿਆਨ ਕੀਤੀ ਕਿ ਕਰਜ਼ੇ ਦੇ ਜਾਲ ਵਿੱਚ ਫਸਣ ਪਿੱਛੇ ਲੀਡਰਾਂ ਦੇ ਲਾਰੇ ਵੀ ਜ਼ਿੰਮੇਵਾਰ ਨੇ ਤੇ ਕਿਸਾਨਾਂ ਦੀ ਜਿਹੜੀ ਆ ਵੱਧ ਖਰਚੀ ਵੀ ਜ਼ਿੰਮੇਵਾਰ ਹੈ। ਪਰ ਨਾਲ ਦੀ ਨਾਲ ਜਦੋਂ ਅਸੀਂ ਬੈਂਕਾਂ ਦਾ ਸਿਸਟਮ ਦੇਖਦੇ ਹਾਂ ਤੇ ਸਰਕਾਰ ਦੇ ਹੌਸਲੇ ਨਾਲ ਜਿਹੜੇ ਵੱਡੇ ਵੱਡੇ
ਜਿਹੜੇ ਸ਼ਾਹੂਕਾਰ ਨੇ, ਵੱਡੇ ਵੱਡੇ ਬਿਜ਼ਨਸਮੈਨ ਨੇ, ਜਿੰਨੇ ਕੁ ਰੁਪਈਏ ਉਹਨਾਂ ਨੇ ਜਦੋਂ ਅਸੀਂ ਦੇਖਦੇ ਹਾਂ ਉਹ ਮੋਦੀ ਤੇ ਨੀਰਵ ਮੋਦੀ ਤੇ ਬੁਲਾਇਆ, ਤੇ ਬੜੇ ਬੜੇ ਲੋਕ ਨੇ ਜਿਹੜੇ ਹਜ਼ਾਰਾਂ ਕਰੋੜਾਂ ਅਰਬਾਂ ਲੈ ਕੇ ਦੌੜ ਜਾਂਦੇ ਨੇ, ਉਹ ਸਾਰੀਆਂ ਜਦੋਂ ਅਸੀਂ ਕਰਜ਼ਿਆਂ ਦੇ ਰਾਈਟ ਆਫ ਕਰਨ ਦੀਆਂ ਗੱਲਾਂ ਦੇਖਦੇ ਹਾਂ ਫਿਰ ਲੱਗਦਾ ਹੈ ਕਿ ਜੇ ਕਿਸਾਨ ਵੀ ਰਹਿ ਜਾਏ ਤਾਂ ਕੀ ਫਰਕ ਪੈਂਦਾ। ਪਰ ਇਸ ਸਿਸਟਮ 'ਚ ਬੜਾ ਰੋਲ ਘਚੋਲਾ ਹੈ, ਬਹੁਤ ਸਾਰੀਆਂ ਗੱਲਾਂ ਨੇ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਆਂਕਣਾ ਹੋਵੇ ਤਾਂ ਭਾਵੇਂ ਜਿੰਨੀ ਦੇਰ ਮਰਜ਼ੀ ਅਸੀਂ ਡਿਸਕਸ ਜਾਂ ਬਹਿਸ ਜਾਂ ਅਸੀਂ ਸੰਵਾਦ ਜਿਹੜਾ ਹੈ ਉਹ ਰਚਾ ਸਕਦੇ ਹਾਂ। ਪਰ ਗੱਲ ਤੁਹਾਡੀ ਠੀਕ ਹੈ ਕਿ ਲਾਰਿਆਂ 'ਚ ਆ ਕੇ ਕਿਸਾਨ ਜਿਹੜੇ ਡਿਫਾਲਟਰ ਹੋ ਗਏ, ਤੇ ਹੁਣ ਗੱਲ ਜਿਹੜੀ ਆ ਉਹ ਵਾਰੰਟਾਂ ਤੱਕ ਪਹੁੰਚ ਚੁੱਕੀ ਆ। ਦੇਖਾਂਗੇ ਆਉਣ ਵਾਲੇ ਦਿਨਾਂ ਵਿੱਚ ਇਹ ਸਿਆਸਤ ਜਿਹੜੀ ਆ, ਕਿਸਾਨ ਅੰਦੋਲਨ ਵਾਲੀਆਂ ਕਿਸਾਨ ਧਿਰਾਂ ਬਨਾਮ ਸਰਕਾਰ ਬਣਦੀ ਹੈ ਜਾਂ ਕੋਈ ਵਿਚਕਾਰਲਾ ਰਾਹ ਲੱਭਦਾ ਹੈ। ਵਕਤ ਹੋ ਗਿਆ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਕਰਦੇ ਹਾਂ ਅਗਲੇ ਸਵਾਲ ਤੇ ਗੱਲ। ਸਵਾਗਤ ਹੈ ਜੀ ਇੱਕ ਵਾਰ ਫਿਰ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਪੰਜਾਬੀ ਨੈਸ਼ਨਲ ਟੀਵੀ ਤੇ। ਪੰਨੂ ਸਾਹਿਬ, ਅਸੀਂ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਕੀਤੀਆਂ, ਜੇਲ੍ਹ ਦੀ ਗੱਲ ਵੀ ਕੀਤੀ, ਪਰ ਜਦੋਂ ਅਸੀਂ ਭਾਰਤ ਦੀ ਸਿਆਸਤ ਨੂੰ ਦੇਖਦੇ ਹਾਂ ਤੇ ਇਹਦੇ ਵਿੱਚ ਧਰਮ ਦੀ ਰਾਜਨੀਤੀ, ਵੋਟਾਂ ਦੀ ਰਾਜਨੀਤੀ, ਜਾਤ ਦੀ ਰਾਜਨੀਤੀ ਅਸੀਂ ਕਈ ਵਾਰ ਦੇਖਦੇ ਸੀ, ਪਰ ਇਹ ਬਲਡੋਜ਼ਰ ਦੀ ਰਾਜਨੀਤੀ ਪਹਿਲੀ ਵਾਰ ਸਾਹਮਣੇ ਆਈ ਹੈ ਜੀ। ਇਹ ਕੀ ਮਸਲਾ ਹੈ ਜੀ, ਹੁਣ ਤੁਸੀਂ ਦੱਸਿਓ ਅੱਜ। ਐਕਚੁਅਲੀ ਬਲਡੋਜ਼ਰ ਪਿਛਲੇ ਕੁਝ ਸਾਲਾਂ ਤੋਂ ਚੱਲਣਾ ਸ਼ੁਰੂ ਹੋਇਆ ਉੱਤਰ ਪ੍ਰਦੇਸ਼ ਦੇ ਵਿੱਚ ਜੀ। ਉਂਝ ਵੈਸੇ ਬਲਡੋਜ਼ਰ ਜਿਹੜਾ ਉਹ ਅਕਸਰ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੁੰਦੇ ਆ ਉਹਨਾਂ ਦੇ ਉੱਤੇ ਚੱਲਦਾ ਜੀ। ਪਰ ਇਹ ਜਿਹੜਾ ਬਲਡੋਜ਼ਰ ਆ ਇਹ ਕੁਝ ਉਹਨਾਂ ਲੋਕਾਂ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀਆਂ ਵੋਟਾਂ ਇੱਕ ਖਾਸ ਪਾਰਟੀ ਨੂੰ ਪੈਂਦੀਆਂ ਨਹੀਂ ਜੀ। ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਵੋਟਾਂ ਆਈਆਂ ਤੇ ਉਸ ਟਾਈਮ ਇਹ ਗੱਲ ਬੜੀ ਪ੍ਰਚਾਰੀ ਗਈ ਕਿ ਜੀ ਦੇਖੋ ਅਸੀਂ ਤਾਂ ਬਲਡੋਜ਼ਰ ਚਲਾਤਾ ਜਿਨ੍ਹਾਂ ਦੇ ਘਰਾਂ ਦੇ ਉੱਤੇ ਚਲਾਉਣਾ ਸੀ ਜੀ। ਤੇ ਉਹ ਕਹਿੰਦੇ ਅਜੇ ਹੁਣ ਉਹਨੂੰ ਤੇਲ ਤੂਲ ਦੇਣ ਦੀ ਲੋੜ ਆ, ਉਹਦੀਆਂ ਚੇਨਾਂ ਨੂੰ ਤੇਲ ਦਿੱਤਾ ਜਾ ਰਿਹਾ ਤੇ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਇਹ ਬਲਡੋਜ਼ਰ ਫੇਰ ਚਲਾਇਆ ਜਾਊਗਾ। ਵੋਟਾਂ ਦੇ ਨਤੀਜੇ ਆਏ, ਬਲਡੋਜ਼ਰ ਫੇਰ ਚੱਲਣਾ ਸ਼ੁਰੂ ਹੋ ਗਿਆ। ਇਹ ਫਿਰ ਨਾ ਉੱਤਰ ਪ੍ਰਦੇਸ਼ ਦੇ ਵਿੱਚ ਇਕੱਲੇ ਚੱਲਿਆ, ਮੱਧ ਪ੍ਰਦੇਸ਼ ਦੇ ਵਿੱਚ ਵੀ ਚੱਲਿਆ। ਇਹ ਬਲਡੋਜ਼ਰ ਦਿੱਲੀ ਦੇ ਵਿੱਚ ਵੀ ਜਹਾਂਗੀਰਪੁਰੀ ਦੇ ਵਿੱਚ ਵੀ ਚੱਲਣਾ ਸ਼ੁਰੂ ਹੋ ਗਿਆ। ਜਹਾਂਗੀਰਪੁਰੀ ਉਹ ਇਲਾਕਾ ਹੈ ਜਿੱਥੇ ਪਿਛਲੇ ਦਿਨੀ ਧਾਰਮਿਕ ਸਮਾਗਮ ਜਿਹੜਾ ਹੋ ਰਿਹਾ ਸੀਗਾ, ਜਲੂਸ ਨਿਕਲ ਰਿਹਾ ਸੀ ਧਾਰਮਿਕ, ਉਹਦੇ ਉੱਤੇ ਪੱਥਰਬਾਜ਼ੀ ਹੁੰਦੀ ਆ ਜੀ। ਉੱਥੋਂ ਮਾਹੌਲ ਖਰਾਬ ਹੋਣਾ ਸ਼ੁਰੂ ਹੁੰਦਾ। ਜਦੋਂ ਪੱਥਰਬਾਜ਼ੀ ਹੁੰਦੀ ਆ ਤੇ ਉਹਦੇ ਵਿੱਚ ਜਿਹੜੇ ਮੇਨ ਬੰਦੇ ਦਾ ਨਾਮ ਲਿਆ ਜਾਂਦਾ, ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਹਦੀਆਂ ਫੋਟੋਆਂ ਜਾਰੀ ਕੀਤੀਆਂ, ਇਹ ਆਖਿਆ ਕਿ ਇਹ ਦੇਖੋ ਇਹ ਆਮ ਆਦਮੀ ਪਾਰਟੀ ਦਾ ਵਰਕਰ ਹੈ, ਉਹਦਾ ਇਹ ਨੇਤਾ ਹੈ ਤੇ ਇਹਦਾ ਹੱਥ ਮੇਨ ਜਹਾਂਗੀਰਪੁਰੀ ਦੇ ਵਿੱਚ ਹਿੰਸਾ ਦੇ ਵਿੱਚ ਹੈ ਜੀ। ਅਗਲੇ ਦਿਨ ਆਮ ਆਦਮੀ ਪਾਰਟੀ ਨੇ ਉਹਦੀਆਂ ਫੋਟੋਆਂ ਜਾਰੀ ਕਰਤੀਆਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਲ, ਸਾਰੇ ਵੱਡੇ ਨੇਤਾਵਾਂ ਦੇ ਨਾਲ ਉਹਦੀਆਂ ਫੋਟੋਆਂ ਸਾਹਮਣੇ ਆ ਗਈਆਂ। ਉਦੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਅਗਲਾ ਮੋੜਵਾਂ ਜਿਹੜਾ ਹਮਲਾ ਤਾਂ ਉਹ ਨਹੀਂ ਕੀਤਾ, ਪਰ ਇੱਕ ਗੱਲ ਕਲੀਅਰ ਹੋ ਗਈ ਕਿ ਜਿਹੜੇ ਇਹੋ ਜਿਹੇ ਲੋਕ ਨੇ ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੋਲੇ ਜਾਂਦੇ ਆ ਤੇ ਸਿਆਸੀ ਪਾਰਟੀਆਂ ਦੀ ਸ਼ਹਿਤਾ ਉਹਨਾਂ ਨੂੰ ਹੁੰਦੀ ਆ ਜੀ। ਹੁਣ ਹੋਣਾ ਤਾਂ ਇਹ ਚਾਹੀਦਾ ਕਿ ਜਹਾਂਗੀਰਪੁਰੀ ਦੇ ਵਿੱਚ ਜਿਹੜਾ ਧਾਰਮਿਕ ਜਲੂਸ ਨਿਕਲ ਰਿਹਾ ਸੀ ਉਹਦੇ ਉੱਤੇ ਪਥਰਾਓ ਕਿਉਂ ਕੀਤਾ ਗਿਆ, ਇਹ ਗੱਲਾਂ ਸਾਹਮਣੇ ਨਹੀਂ ਕਦੀ ਵੀ ਆਉਂਦੀਆਂ। ਕਿਉਂ ਕੀਤਾ ਗਿਆ? ਕਿਉਂਕਿ ਜਿਹੜੇ ਕਰਵਾਉਣ ਵਾਲੇ ਆ ਉਹ ਤਾਂ ਲੁਕੇ ਰਹਿੰਦੇ ਆ ਨਾ ਚਿਹਰੇ, ਜਿਹੜੇ ਸਾਹਮਣੇ ਆ ਜਾਂਦੇ ਆ ਉਹ ਇਹੋ ਜਿਹੇ ਫੀਲੇ ਹੁੰਦੇ ਆ। ਫੀਲਿਆਂ ਤੋਂ ਰਾਜਨੀਤੀ ਪੜ੍ਹੀ ਨਹੀਂ ਜਾ ਸਕਦੀ ਕਿ ਅਸਲ 'ਚ ਰਾਜਨੀਤੀ ਕੀ ਹੈ ਜੀ। ਜੇ ਅਸਲ ਰਾਜਨੀਤੀ ਪੜ੍ਹੋ ਤਾਂ ਇਹ ਕਿਹਾ ਜਾ ਸਕਦਾ ਕਿ 24 ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਗਈਆਂ ਨੇ। ਇਹ ਉਹਦਾ ਹੀ ਸਾਰਾ ਪਾਰਟ ਹੈ। ਜਿਹੜੇ SYL ਦੇ ਮਾਮਲੇ ਦੇ ਉੱਤੇ ਜਿਹੜੀ ਬਹਿਸ ਭਖੀ ਆ, ਇਸ ਬਹਿਸ ਨੂੰ ਤੁਸੀਂ ਕਿਤੇ ਨਹਿਰ ਦੇ ਨਾਲ ਜੁੜੀ ਹੋਈ ਸਮਝਦੇ ਹੋ? ਨਹੀਂ, ਇਹ ਰਾਜਨੀਤੀ ਨਾਲ ਜੁੜੀ ਹੋਈ ਆ ਸਿੱਧੀ। ਪੰਜਾਬ ਤੇ ਹਰਿਆਣੇ ਦੇ ਜਾਟ ਤੇ ਜੱਟ ਤੇ ਬਾਕੀ ਜਿਹੜੇ ਸੀਗੇ ਉਹ ਇਕੱਠੇ ਸਿਰ ਜੋੜ ਕੇ ਬੈਠ ਗਏ ਕਿਸਾਨ ਅੰਦੋਲਨ ਦੇ ਦੌਰਾਨ ਜੀ। ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਦਾਂ ਕਿਵੇਂ ਹੋ ਜਾਊਗਾ। ਇਸ ਕਰਕੇ ਉਹਨਾਂ ਨੂੰ ਭੜਕਾ ਕੇ ਇਹ ਜਿਹੜਾ ਹੁਣ ਪਾੜ ਪਾਇਆ ਜਾ ਰਿਹਾ ਜੀ, ਉਹਦੇ ਚੋਂ SYL ਦਾ ਮੁੱਦਾ ਕੱਢ ਲਿਆ, ਉਹਦੇ ਵਿੱਚੋਂ ਚੰਡੀਗੜ੍ਹ ਦਾ ਮੁੱਦਾ ਕੱਢ ਲਿਆ। ਜਿਹੜੇ ਇਹ ਵੀ ਜਿਹੜਾ ਚੱਲ ਰਿਹਾ ਇਹਦੇ ਪਿੱਛੇ ਵੀ ਸਿਆਸਤ ਹੈ ਕਿ 24 ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਵੇਂ ਫਿਰਕਿਆਂ ਦੇ ਵਿਚਾਲੇ ਕੰਧਾਂ ਖੜੀਆਂ ਕੀਤੀਆਂ ਜਾਣ ਤੇ ਉਹਦੇ ਵਿੱਚੋਂ ਫਿਰ ਸਰਕਾਰ ਨਿਕਲੇ। ਇਹ ਨਹੀਂ ਪਤਾ ਕਿ ਇਸ ਮੁਲਕ ਦੇ ਜਿਹੜਾ ਉਹ ਭਵਿੱਖ ਹੈ ਰਾਜਨੀਤਿਕ ਪੱਖੋਂ ਕੀ ਹੋਊਗਾ। ਇੱਥੋਂ ਦੇ ਕਦੋਂ ਲੋਕ ਸਮਝਣਗੇ ਇਸ ਪਾਸੇ ਵੱਲ ਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ
ਸਾਡਾ ਨੁਕਸਾਨ ਕਰ ਰਹੀਆਂ ਨੇ। ਜਿਹੜੇ ਤੁਸੀਂ ਬੰਨ ਕੇ ਕੁਝ ਚੁੰਨੀਆਂ ਤੇ ਨਾਅਰੇ ਲਾਉਂਦੇ ਦੇਖਦੇ ਹੋ ਬੱਚੇ, ਉਹ ਚੰਗੇ ਘਰਾਂ ਦੇ ਬੱਚੇ, ਜਿਹੜੇ ਅਮੀਰਾਂ ਦੇ ਬੱਚੇ ਨਹੀਂ ਹੈਗੇ, ਰਾਜਨੀਤਿਕਾਂ ਦੇ ਬੱਚੇ ਨਹੀਂ ਗੇ ਜੀ। ਰਾਜਨੀਤਿਕਾਂ ਦੇ ਬੱਚੇ ਕਦੀ ਇਹੋ ਜਿਹੀ ਜਗ੍ਹਾ ਦੇ ਉੱਤੇ ਪਾਰਟਿਸਿਪੇਟ ਨਹੀਂ ਕਰਦੇ। ਉਹ ਕੀ ਕਰਦੇ ਆ, ਉਹ ਤਾਂ ਸਿਰਫ ਨਾਅਰਾ ਲਾਉਂਦੇ ਆ, ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ। ਉਹ ਅੱਗੇ ਭੱਦੀ ਭਾਸ਼ਾ ਦਾ ਇਸਤੇਮਾਲ ਕਰਦੇ ਆ। ਥੱਲੇ ਜਿਹੜੇ ਖੜੇ ਲੋਕ ਆ, ਉਹਨਾਂ ਦੇ ਨਾਅਰੇ ਦੇ ਵਿੱਚ ਜਵਾਬ ਦਿੰਦੇ ਆ। ਫਿਰ ਉਹਨਾਂ ਨੂੰ ਵਰਤਿਆ ਜਾਂਦਾ ਅਜਿਹੀ ਹਿੰਸਾ ਦੇ ਵਾਸਤੇ। ਕੋਈ ਪਤਾ ਨਹੀਂ ਕਿ ਕਿਹਨੇ ਇੱਟਾਂ ਦੇ ਕੇ ਕਿਹਨੂੰ ਖੜਾ ਕਰ ਦਿੱਤਾ। ਗੱਲ ਤਾਂ ਇੱਕ ਇੱਟ ਮਾਰਨ ਦੀ ਹੈ ਨਾ, ਉਸ ਤੋਂ ਬਾਅਦ ਤਾਂ ਜਿਹੜੇ ਪੇਸ਼ੈਂਸ ਤਾਂ ਕਿਸੇ ਦੇ ਵਿੱਚ ਨਹੀਂ ਹੈਗੀ। ਕਿਸੇ ਨੇ ਇਹ ਗੱਲ ਸੁਣਨੀ ਥੋੜੀ ਆ ਕਿ ਇਹਦੇ ਪਿੱਛੇ ਕਾਰਨ ਕੀ ਰਿਹਾ, ਉਹ ਕੌਣ ਲੋਕ ਸੀ ਜਿਹਨੇ ਇੱਟ ਮਾਰਤੀ। ਧਰਮ ਨੂੰ ਬਹੁਤ ਛੇਤੀ ਖਤਰਾ ਖੜਾ ਹੋ ਜਾਂਦਾ। ਭਾਵਨਾ ਇੰਨੀਆਂ ਸੌਫਟ ਨੇ ਕਿ ਜੇ ਪਾਣੀ ਖਤਮ ਹੋ ਰਿਹਾ, ਉੱਥੇ ਧਾਰਮਿਕ ਭਾਵਨਾਵਾਂ ਨਹੀਂ ਭੜਕਦੀਆਂ। ਪਾਣੀ ਗੰਦਾ ਹੋ ਰਿਹਾ, ਕਾਲਾ ਹੋ ਗਿਆ, ਸਾਰਾ ਵਿੱਚ ਸੁੱਟਿਆ ਜਾ ਰਿਹਾ, ਧਾਰਮਿਕ ਭਾਵਨਾਵਾਂ ਨਹੀਂ ਭੜਕਦੀਆਂ। ਕਦੇ ਸਤਲੁਜ ਬਿਆਸ ਦੇ ਪੁਲ ਤੋਂ ਲੰਘੋ, ਲਾਈਨਾਂ ਲਾ ਕੇ ਲੋਕ ਲੈ ਕੇ ਲਿਫਾਫੇ ਪਾਣੀ ਦੇ ਵਿੱਚ ਸੁੱਟਣ ਦੇ ਵਾਸਤੇ ਖੜੇ ਆ, ਕਦੇ ਧਾਰਮਿਕ ਭਾਵਨਾਵਾਂ ਨਹੀਂ ਭੜਕਦੀਆਂ। ਇਹ ਕਿਸੇ ਇੱਕ ਇੱਟ ਦੇ ਨਾਲ ਝੱਟ ਦੇਣੀ ਭੜਕ ਜਾਂਦੀਆਂ ਨੇ ਜੀ, 2 ਅੱਖਰਾਂ ਦੇ ਨਾਲ ਝੱਟ ਦੇਣੀ ਭੜਕ ਜਾਂਦੀਆਂ ਨੇ। ਇਹ ਧਾਰਮਿਕ ਭਾਵਨਾਵਾਂ ਇੰਨੀਆਂ ਸੌਫਟ ਹੋ ਜਾਂਦੀਆਂ ਉੱਥੇ, ਉਸ ਜਗ੍ਹਾ ਦੇ ਉੱਤੇ ਜਾ ਕੇ। ਇਸ ਗੱਲ ਦਾ ਸਿਆਸਤਦਾਨਾਂ ਨੂੰ ਬਹੁਤ ਭਲੀ ਭਾਂਤ ਪਤਾ ਕਿ ਇਹਨਾਂ ਲੋਕਾਂ ਨੂੰ ਭੜਕਾਉਣਾ ਕਿਵੇਂ ਆ, ਇਹਨਾਂ ਲੋਕਾਂ ਨੂੰ ਭਟਕਾਉਣਾ ਕਿਵੇਂ ਆ। ਉਹ ਭੜਕਾ ਵੀ ਲੈਂਦੇ ਨੇ, ਉਹ ਭਟਕਾ ਵੀ ਲੈਂਦੇ ਨੇ। ਜਿਹੜੀ ਇਹ ਬੁਲਡੋਜ਼ਰ ਰਾਜਨੀਤੀ ਆ, ਜਿਹੜੀ ਨਵੀਂ ਸ਼ੁਰੂ ਹੋਈ ਆ ਜੀ, ਬਹੁਤ ਖਤਰਨਾਕ ਪਾਸੇ ਵੱਲ ਨੂੰ ਮੁਲਕ ਨੂੰ ਲਿਜਾ ਰਹੀ ਹੈ ਇਹ ਰਾਜਨੀਤੀ। ਇਹ ਹੋ ਸਕਦਾ ਕਿ ਇਹ ਮੁੜ ਕੇ ਇਹਨਾਂ ਦੇ ਕਾਬੂ 'ਚ ਹੀ ਨਾ ਰਹੇ। ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ ਵਾਲੀ ਗੱਲ ਹੈ। ਇਹ ਤਾਂ ਚੰਦ ਸੈਕਿੰਡ ਦੇ ਵਿੱਚ ਕੀਤੀ ਗਈ ਉਹ ਗਲਤੀ ਹੋ ਸਕਦੀ ਜਿਹੜੇ ਵਰ੍ਹਿਆਂ ਤੱਕ ਹੋ ਸਕਦਾ ਮੁਲਕ ਦੀ ਰਾਜਨੀਤੀ ਨੂੰ ਇਹ ਭੁਗਤਣੀ ਪਵੇ ਜੀ। ਲੜਨਾ ਤਾਂ ਇਸ ਵੇਲੇ ਜਿਹੜਾ ਉਹ ਭੁੱਖਮਰੀ ਦੇ ਨਾਲ ਚਾਹੀਦਾ ਨਾ। ਅੱਜ ਲਿਸਟਾਂ ਤਾਂ ਪੜ੍ਹੋ ਮਹਿੰਗਾਈ ਦੀਆਂ ਜੀ, ਕਿਸ ਜਗ੍ਹਾ ਦੇ ਉੱਤੇ ਚਲੇ ਗਈਆਂ। ਆਮ ਬੰਦੇ ਦਾ ਕੰਪਲੀਟ ਕਚੂਮਰ ਨਿਕਲਣਾ ਸ਼ੁਰੂ ਹੋ ਗਿਆ। 3-3 ਗੁਣਾ ਜਿਹੜੀ ਕੀਮਤਾਂ ਵੱਧ ਗਈਆਂ। ਪੈਟਰੋਲ ਡੀਜ਼ਲ ਤੁਸੀਂ ਦੇਖੋ ਕਿੱਥੇ ਚਲੇ ਗਏ, ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਕਿੱਥੇ ਚਲੇ ਗਈਆਂ। ਇਹ ਸਭ ਨੂੰ ਪਤਾ ਹੈ ਕਿ ਜਦੋਂ ਇੱਕ ਵਾਰੀ ਕੀਮਤਾਂ ਵੱਧ ਜਾਂਦੀਆਂ ਨੇ, ਮੁੜ ਕੇ ਥੱਲੇ ਨਹੀਂ ਆਉਂਦੀਆਂ ਹੁੰਦੀਆਂ ਕਦੀ ਵੀ ਜੀ। ਬੇਸ਼ੱਕ ਕਰੂਡ ਆਇਲ ਜਿਹੜਾ ਉਹ ਹੇਠਾਂ ਆ ਜੇ, ਪਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਹੀਂ ਘਟਣੀਆਂ। ਤੁਸੀਂ ਇਹ ਗੱਲ ਨੋਟ ਰੱਖਣਾ। ਔਰ ਲੋਕਾਂ ਦਾ ਜਿਹੜਾ ਜੀ ਉਹ ਧਿਆਨ ਇੱਧਰ ਨਹੀਂ ਹੈਗਾ। ਲੋਕਾਂ ਦਾ ਧਿਆਨ ਕਿਸ ਪਾਸੇ ਵੱਲ ਚੱਲ ਪਿਆ? ਬਲਡੋਜ਼ਰ ਰਾਜਨੀਤੀ ਦੇ ਉੱਤੇ। ਕਿ ਬਲਡੋਜ਼ਰ ਰਾਜਨੀਤੀ ਕੀ ਹੈ? ਉਹਨੂੰ ਸਲਾਉਣ ਵਾਲੇ ਵੀ ਬੜੇ ਨੇ, ਉਹਨੂੰ ਉਹ ਨਿੰਦਣ ਵਾਲੇ ਵੀ ਬੜੇ ਨੇ। ਅੱਜ ਕਾਂਗਰਸ ਦਾ ਵਫਦ ਉੱਥੇ ਗਿਆ ਸੀ ਜਹਾਂਗੀਰਪੁਰੀ, ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਜੀ। ਜਿਹੜੇ ਉੱਥੇ ਪੀੜਤ ਲੋਕ ਨੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਸ਼ਹਿ ਦੇਤੀ, ਉਹਨੂੰ ਸ਼ਹਿ ਦੇਤੀ, ਹਵਾ ਦੇਤੀ। ਜਦੋਂ ਕਿਸੇ ਚੀਜ਼ ਨੂੰ ਸ਼ਹਿ ਮਿਲ ਜਾਂਦੀ ਆ, ਹਵਾ ਮਿਲ ਜਾਂਦੀ ਆ, ਉਹ ਦੁੱਗਣੀ ਤਾਕਤ ਦੇ ਨਾਲ ਹੋਰ ਫਿਰ ਬਾਹਰ ਨੂੰ ਆ ਜਾਂਦੀ ਆ। ਇਹ ਮੁਲਕ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਰੁੱਖਾਂ ਨੂੰ ਆਰੀ ਫੇਰਨਾ, ਡਿੱਗਣਗੇ ਆਲਣੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਵੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਪਨੂੰ ਸਾਹਿਬ, ਗੱਲ ਤੁਹਾਡੀ ਬਿਲਕੁਲ ਠੀਕ ਆ। ਜਿਹੜੀ ਕੱਲ੍ਹ ਦੀ ਘਟਨਾ ਸੀ ਉਹਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਆਰਡਰ ਆਉਣ ਤੋਂ ਬਾਵਜੂਦ ਵੀ ਉਹ ਜਿਹੜਾ ਪ੍ਰਸ਼ਾਸਨ ਸੀ ਉੱਥੇ ਬੁਲਡੋਜ਼ਰ ਨੂੰ ਚਲਾਉਂਦਾ ਰਿਹਾ। ਮੈਡਮ ਬਰਿੰਦਾ ਕਰਾਤ ਜਦੋਂ ਆਏ ਆ ਉੱਥੇ ਉਹਨਾਂ ਨੇ ਆਰਡਰ ਦੀ ਕਾਪੀ ਦਿੱਤੀ ਆ। ਉਸ ਤੋਂ ਬਾਅਦ ਵੀ ਮੇਰਾ ਖਿਆਲ ਉਹਨਾਂ ਨੂੰ ਇੱਕ ਵਾਰ ਫਿਰ ਟੈਲੀਫੋਨਿਕਲੀ ਰਜਿਸਟਰਾਰ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਪਈ। ਤੋਂ ਇਹ ਗੱਲ ਸਿੱਧ ਹੁੰਦੀ ਆ। ਅਸੀਂ ਬੀਤੇ ਦੇ ਵਿੱਚ ਵੀ ਦੇਖਿਆ ਕਿ ਬਹੁਤ ਵਾਰ ਮਾਣਯੋਗ ਕੋਰਟ ਜਦੋਂ ਕੁਝ ਫੈਸਲਾ ਕਰਦੀ ਸੀ ਤੇ ਜਿਹੜੀ ਸਰਕਾਰ ਆ ਉਹਨੂੰ ਜਿੰਨੀ ਮਰਜ਼ੀ ਫਟਕਾਰ ਪਵੇ ਪਰ ਉਹਨੂੰ ਕੰਨਾਂ ਪਿੱਛੇ ਸੁੱਟ ਲੈਂਦੇ ਸੀ, ਬਹੁਤਾ ਧਿਆਨ ਨਹੀਂ ਸੀ ਦਿੰਦੇ। ਕੀ ਲੱਗਦਾ ਕਿ ਸਰਕਾਰ ਤੇ ਸਰਕਾਰੀ ਧਿਰਾਂ ਇਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੀਆਂ ਜਾਂ ਇਹਦੇ ਪਿੱਛੇ ਕੋਈ ਹੋਰ ਮਨਸ਼ਾ ਵੀ ਆ? ਜਾਂ ਤੁਹਾਡੀ ਗੱਲ ਜਿੱਦਾਂ ਸਿੱਧੀ ਸਿੱਧੀ ਤੁਸੀਂ ਦੱਸੀ ਆ ਕਿ ਇਹ 2024 ਦੀ ਤਿਆਰੀ ਹੈ ਜੀ? ਦੇਖੋ, ਉਹ ਅਦਾਲਤਾਂ ਨੂੰ ਵੀ ਕੁਝ ਨਹੀਂ ਸਮਝ ਰਹੇ ਜੀ। ਜੇ ਇਹ ਅਦਾਲਤਾਂ ਨੂੰ ਕੁਝ ਸਮਝਦੇ ਹੁੰਦੇ ਤਾਂ ਪਿਛਲੇ ਦਿਨਾਂ ਦੇ ਵਿੱਚ ਆਸ਼ੀਸ਼ ਮਿਸ਼ਰਾ ਦੀ ਬਿਲਕੁਲ ਜ਼ਮਾਨਤ ਦਾ ਜਿਹੜਾ ਉਹ ਚੱਲਦਾ ਰਿਹਾ, ਉਹ ਜ਼ਮਾਨਤ ਕਿਵੇਂ ਮਿਲ ਗਈ? ਹੁਣ ਸੁਪਰੀਮ ਕੋਰਟ ਨੇ ਕਿੰਨੀ ਉਸ ਮਾਮਲੇ ਦੇ ਉੱਤੇ ਖੋਲ ਕੇ ਵਿਸਤਾਰ ਦੇ ਵਿੱਚ ਦੱਸਿਆ ਵੀ ਤੁਸੀਂ ਪੀੜਤ ਧਿਰ ਨੂੰ ਤਾਂ ਸੁਣਿਆ ਹੀ ਨਹੀਂ ਜੀ। ਕੀ ਗੱਲ ਉਹਨਾਂ ਨੂੰ ਕੋਈ ਅਦਾਲਤ ਦੇ ਵਿੱਚ ਸੁਣਨ ਦਾ ਹੱਕ ਕੋਈ ਨਹੀਂਗਾ? ਉਹਨਾਂ ਦੀ ਗੱਲ ਹੀ ਨਹੀਂ ਸੁਣੀ। ਇੱਕ ਪਾਸੜ ਜਿਹੜੀ ਉਹ ਜ਼ਮਾਨਤ ਦਿੱਤੀ। ਇਹ ਜਿਹੜਾ ਅਦਾਲਤ ਦਾ ਡਰ ਹੁੰਦਾ ਸੀਗਾ ਜੀ, ਅੱਜ ਅਦਾਲਤਾਂ ਦਾ ਡਰ ਵੀ ਜਿਹੜਾ ਉਹ ਕੱਢਿਆ ਜਾ ਰਿਹਾ। ਸੁਪਰੀਮ ਕੋਰਟ ਦੇ ਕੱਲ ਹੁਕਮ ਆਏ, ਉਹ ਕਹਿੰਦੇ ਅਸੀਂ ਨਹੀਂ ਮੰਨਦੇ ਇਹਨਾਂ ਹੁਕਮਾਂ ਨੂੰ, ਸਾਡੇ ਕੋਲੇ ਲਿਖਤ ਰੂਪ 'ਚ ਥੋੜੀ ਆਇਆ।
ਆਰਡਰ ਦਿਖਾਇਆ ਵਰਿੰਦਾ ਕਰਾਤ ਹੋਰਾਂ ਨੇ, ਨਹੀਂ ਉਹ ਰੁਕੇ। ਫਿਰ ਜਿਹੜਾ ਸੁਪਰੀਮ ਕੋਰਟ ਦੁਬਾਰਾ ਉਹ ਗਏ ਔਰ ਉੱਥੇ ਜਾ ਕੇ ਕਿਹਾ ਜੀ ਸਾਡੀ ਤਾਂ ਉੱਥੇ ਗੱਲ ਹੀ ਨਹੀਂ ਸੁਣ ਰਹੇ। ਬਿਲਕੁਲ। ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਫਿਰ ਸੁਪਰੀਮ ਕੋਰਟ ਸਖਤ ਹੋਈ ਤੇ ਜਾ ਕੇ ਬੁਲਡੋਜ਼ਰ ਰੁਕਿਆ। ਪੰਨੂ ਸਾਹਿਬ, ਹਾਲਾਤ ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਮੁਲਕ ਦੇ ਦੇਖਦੇ ਹਾਂ ਤੋਂ ਬਦਤਰ ਵੱਲ ਹੋ ਜਾਏ ਨੇ। ਪਤਾ ਨਹੀਂ, ਪ੍ਰਧਾਨ ਮੰਤਰੀ ਸਾਹਿਬ ਅਕਸਰ ਗੱਲ ਕਰਦੇ ਨੇ ਕਿ ਅਸੀਂ ਵਿਸ਼ਵ ਗੁਰੂ ਬਣਨਾ ਹੈ, ਅਸੀਂ ਵਿਸ਼ਵ ਗੁਰੂ ਬਣਨ ਵੱਲ ਵੱਧ ਰਹੇ ਹਾਂ। ਕਈ ਵਾਰ ਉਹ $3 ਟ੍ਰਿਲੀਅਨ ਦੀ ਇਕਾਨਮੀ ਦੀ ਵੀ ਗੱਲ ਕਰਦੇ ਆ। ਸਾਨੂੰ ਤੇ ਪਤਾ ਨਹੀਂ ਇਹ ਟ੍ਰਿਲੀਅਨ 'ਚ ਕਿੰਨੀਆਂ ਜ਼ੀਰੋ ਹੁੰਦੀਆਂ, ਤੇ ਜਦੋਂ ਤੁਸੀਂ $1 ਟ੍ਰਿਲੀਅਨ ਨੂੰ ਰੁਪਈਆਂ ਨਾਲ ਗੁਣਾ ਕਰਾਂਗੇ ਤਾਂ ਕੀ ਬਣੂਗਾ। ਪਰ ਜੋ ਅਸੀਂ ਹਾਲਾਤ ਦੇਖ ਰਹੇ ਹਾਂ ਉਸ ਤੋਂ ਤਾਂ ਇੱਦਾਂ ਲੱਗਦਾ ਕਿ ਅਸੀਂ ਯੂ ਟਰਨ ਲਿਆ ਹੋਇਆ ਤੇ ਪਿੱਛੇ ਨੂੰ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਕੁਝ ਚੰਗਾ ਵਾਪਰੇ ਤੇ ਕਦੇ ਚੰਗੀਆਂ ਗੱਲਾਂ ਵੀ ਕਰੀਏ। ਵਕਤ ਪ੍ਰੋਗਰਾਮ ਨੂੰ ਖਤਮ ਕਰਨ ਦਾ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡਾ ਸਾਥ ਦਿੱਤਾ। ਅਗਲੀ ਵਾਰ ਫਿਰ ਮੁਲਾਕਾਤ ਕਰਾਂਗੇ ਕੁਝ ਨਵੇਂ ਵਿਚਾਰਾਂ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।